गुण की साँझ सुख उपजै। गुरु प्यारी साध संगत जीओ, ये जोड़ा पावन शब्द है, यदि शुभ आरंभता है। दुनिया ना सालाहे जो मर मंजसी, लोका ना सालाहे जो मर खाक थी। वाहू मेरे साहिबा वाहू, गुरमुख सदा सलाही है, सच्चा भी प्रवाहो। ਇਹਦੀਆਂ 25 ਪੌੜੀਆਂ ਪਿੱਛੇ ਹੋ ਚੁੱਕੀਆਂ ਨੇ। 26ਵੀਂ ਪੌੜੀ ਪ੍ਰਾਰੰਭ ਹੋ ਰਹੀ ਹੈ। ਪਿਆਰ ਦੇ ਨਾਲ ਸਰਵਣ ਕਰੋ। ਗੁਣ ਕੀ ਸਾਂਝ ਸੁਖ ਉਪਜੈ। ਸਵਾਲ ਇਹ ਹੈ ਕਿ ਅਸੀਂ ਦੁਖੀ ਕਿਉਂ ਹਾਂ। ਸਾਡਾ ਜੋ ਮਨ ਹੈ ਇਹ ਹਮੇਸ਼ਾ ਦੁਖੀ ਕਿਉਂ ਰਹਿੰਦਾ ਹੈ। ਤਾਂ ਗੁਰੂ ਸਾਹਿਬ ਜੀ ਸਿੱਧੇ ਸਾਦੇ ਲਫ਼ਜ਼ਾਂ ਦੇ ਵਿੱਚ ਇਹਦੇ ਚੋਂ ਭਾਵ ਅਰਥ ਦਿੰਦੇ ਨੇ ਕਿ ਸਾਡੇ ਮਨ ਦੀ ਇੱਕ ਬੁਰੀ ਆਦਤ ਹੈ ਕਿ ਉਹ ਦੂਜੇ ਪ੍ਰਤੀ ਮਾਈਨਸ ਸੋਚਦਾ ਹੈ, ਉਹਦੇ ਵਿੱਚੋਂ ਔਗਣ ਦੇਖਦਾ ਹੈ। ਕਿਸੇ ਵਿੱਚ ਭਾਵੇਂ 100 ਗੁਣ ਵੀ ਹੋਣ, ਪਰ ਕੀੜੀ ਦਾ ਸੁਭਾਅ ਇਹ ਹੈ ਜਿੰਨਾ ਮਰਜ਼ੀ ਪੱਕਾ ਫਰਸ਼ ਹੋਵੇ, ਕੀੜੀ ਨੇ ਛੇਕ ਵੇਖਣਾ ਹੈ ਅਤੇ ਛੇਕ ਦੇ ਵਿੱਚ ਉਹਨੇ ਪ੍ਰਵੇਸ਼ ਕਰਨਾ ਹੈ। ਜਿੰਨਾ ਮਰਜ਼ੀ ਪੱਥਰ ਪੁੱਥਰ ਲੱਗਾ ਹੋਵੇ ਉਹਨੇ ਛੇਕ ਲੱਭਣਾ ਹੈ। ਆਹ ਜਿਹੜਾ ਚੂਹਾ ਹੈ, ਚੂਹਾ ਉਹਨੇ ਵੀ ਧਰਤੀ ਦੇ ਵਿੱਚੋਂ ਰੁੱਡ ਲੱਭਣੀ ਹੈ ਜਾਂ ਖੁੱਡ ਪੁੱਟ ਲੈਣੀ ਹੈ। ਐਸਾ ਕਈਆਂ ਦਾ ਕੁਤਰਨ ਵਾਲਾ ਚੂਹਿਆਂ ਵਰਗਾ ਸੁਭਾਅ ਹੈ ਕਿ ਉਹਨਾਂ ਬੰਦੇ ਨੂੰ ਕੁਤਰੀ ਜਾਣਾ, ਕੁਤਰੀ ਜਾਣਾ। ਬੰਦੇ ਦੇ ਵਿੱਚੋਂ ਜਿਸ ਤਰ੍ਹਾਂ ਧਰਤੀ ਪੁੱਟ ਕੇ ਚੂਹਾ ਰੁੱਡ ਕੱਢ ਕੇ ਵਿੱਚ ਵੜ ਜਾਂਦਾ, ਔਗਣ ਵੇਖ ਕੇ ਉਹਦੇ 'ਚ ਪ੍ਰਵੇਸ਼ ਕਰ ਜਾਣਾ, ਉਹਦਾ ਗਲਤ ਪ੍ਰਚਾਰ ਕਰਨਾ। ਕੀੜੀ ਵਾਂਗ ਛੇਕ ਵੇਖਣਾ। ਸ਼ਲੰਗ ਛਿਦਰੰਗ ਕੋਟ ਵਿਘਨੰ ਅਪਰਾਧੰ ਕਿਲ ਵਿਖ ਮਲੰਗ। ਇਹ ਮਨ ਦੀਆਂ ਮੈਲਾਂ ਹਨ। ਸੋ ਇਸੇ ਤਰ੍ਹਾਂ ਜਿਹੜਾ ਮਨਮੁਖ ਹੈ ਉਹ ਬੰਦੇ ਦੇ ਗੁਣਾਂ ਵੱਲ ਨਹੀਂ ਦੇਖਦਾ, ਉਹਦੇ ਵਿੱਚ ਇੱਕ ਵੀ ਔਗਣ ਹੋਵੇ ਉਹਦਾ ਗਲਤ ਪ੍ਰਚਾਰ ਸ਼ੁਰੂ ਕਰ ਦਿੰਦਾ ਹੈ। ਜਦ ਅਸੀਂ ਕਿਸੇ ਬਾਰੇ ਗਲਤ ਸੋਚਦੇ ਹਾਂ, ਕਿਸੇ ਵੱਲ ਗਲਤ ਨਿਗਾਹ ਨਾਲ ਦੇਖਦੇ ਹਾਂ, ਤਾਂ ਸਾਡਾ ਮਨ ਖੁਦ ਆਪ ਦਾ ਦੁਖੀ ਹੁੰਦਾ ਹੈ। ਪਾਤਸ਼ਾਹ ਜੀ ਨੇ ਫਰਮਾਇਆ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਹੇ ਗੁਰਮੁਖੋ, ਕਿਸੇ ਵੀ ਪਰਾਈ ਦਾ ਬੁਰਾ ਨਾ ਸੋਚੋ, ਨਾ ਕਰੋ, ਤਾਂ ਮੇਰੇ ਮਿੱਤਰੋ ਤੁਹਾਨੂੰ ਕਦੀ ਵੀ ਦੁੱਖ ਨਹੀਂ ਲੱਗੇਗਾ। ਜੇ ਤੁਸੀਂ ਗੁਣਾਂ ਦੇ ਨਾਲ ਸਾਂਝ ਪਾ ਲਓਗੇ ਤਾਂ ਹਮੇਸ਼ਾ ਲਈ ਸੁਖੀ ਹੋ ਜਾਓਗੇ। ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗਣ ਚੱਲੀਐ। ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪੇੜ ਮੱਲੀਐ। ਜਿੱਥੇ ਜਾਏ ਵਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ।
ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੈ। ਜਿਹੜਾ ਗੁਣਾਂ ਦੀ ਸੁਗੰਧੀ ਲੈਣ ਵਾਲਾ ਹੈ ਉਹ ਕੋਈ ਨਾ ਕੋਈ ਗੁਣ ਔਗਣ ਵਾਲੇ ਵਿੱਚੋਂ ਵੀ ਕੱਢ ਲੈਂਦਾ ਹੈ। ਜਿਵੇਂ ਸ੍ਰੀ ਦਸਮ ਗ੍ਰੰਥ ਦੇ ਵਿੱਚ ਦੱਤਾਤਰੇయ ਬਾਰੇ ਲਿਖਿਆ ਵੀ ਪਤਾ ਨਹੀਂ ਉਹਨੇ ਕਿੰਨੇ ਗੁਰੂ ਧਾਰਨ ਕਰ ਲਏ ਸਨ, ਵੇਸਵਾ ਵੀ ਗੁਰੂ ਬਣਾ ਲਈ ਵੀ ਜਿਵੇਂ ਉਹਦਾ ਆਪਦੇ ਮਿੱਤਰਾਂ ਨਾਲ ਪਿਆਰ ਹੈ ਇਸ ਤਰ੍ਹਾਂ ਬੰਦਾ ਕਿਤੇ ਸੱਚੇ ਗੁਰੂ ਵਾਹਿਗੁਰੂ ਨਾਲ ਪਾ ਲਵੇ। ਇਉਂ ਹਰੇਕ ਦੇ ਵਿੱਚੋਂ ਗੁਣ ਵੇਖਣਾ ਹੀ ਗੁਰਮੁਖਾਂ ਦੀ ਗੱਲ ਹੈ। ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸਭ ਤੋਂ ਕਹਿੰਦੇ ਅਸੀਂ ਮਾੜੇ ਹਾਂ, ਜਿਨ੍ਹਾਂ ਨੇ ਇੰਜ ਸਮਝ ਲਿਆ ਹੈ ਉਹ ਸਾਡਾ ਮਿੱਤਰ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਕੋਈ ਬੁਰਾ ਨਹੀਂ ਤੇ ਅਸੀਂ ਚੰਗੇ ਨਹੀਂ। ਜਿਹਨੇ ਇਸ ਗੱਲ ਨੂੰ ਸਮਝ ਲਿਆ ਹੈ ਉਹੀ ਸਤਿਗੁਰੂ ਨਾਨਕ ਦੇਵ ਜੀ ਦਾ ਸਿੱਖ ਹੈ। ਪਰਣਮਤ ਨਾਨਕ ਤਾਰੇ ਸੋਏ, ਮਹਾਰਾਜ ਕਹਿੰਦੇ ਵੀ ਉਹਨੂੰ ਵਾਹਿਗੁਰੂ ਆਪ ਤਾਰੇਗਾ। ਕਬੀਰ ਜੀ ਕਹਿੰਦੇ ਸਾਡਾ ਮਿੱਤਰ ਵੀ ਉਹੀ ਹੈ। ਜਿਹੜੇ ਅਸੀਂ ਔਗਣ ਵੇਖਦੇ ਹਾਂ ਸਾਡੀ ਗੁਰੂ ਘਰ ਨਾਲ ਸਾਂਝ ਨਹੀਂ ਪੈਂਦੇ। ਕਈ ਵਾਰ ਆਪਾਂ ਕਥਾ ਵਿੱਚ ਵੀ ਇੱਕ ਦੂਜੇ ਦੀ ਬਖਤਵਾਈ ਗੁਣ ਔਗਣ ਵਿਚਾਰਨ ਲੱਗ ਪੈਂਦੇ ਆ, ਪਰ ਨਹੀਂ। ਤੁਸੀਂ ਦੇਖੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਨੇ ਤਤੀ ਤਵੀ ਤੇ ਬਿਠਾ ਲਿਆ। ਕੋਈ ਚੰਦੂ ਦਾ ਔਗਣ ਬਾਣੀ 'ਚ ਮਹਾਰਾਜ ਨੇ ਲਿਖਿਆ ਹੋਵੇ? ਬਿਲਕੁਲ ਨਹੀਂ। ਰੱਬ ਦੀ ਸਿਫਤ ਕੀਤੀ ਹੈ, ਤੇਰਾ ਕੀਆ ਮਿੱਠਾ ਲੱਗਾ। ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਨੂੰ ਔਰੰਗਜ਼ੇਬ ਨੇ ਲੋਹ ਪਿੰਜਰੇ ਵਿੱਚ ਪਾਇਆ। ਲੋਹੇ ਦੇ ਪਿੰਜਰੇ ਵਿੱਚ ਬੈਠ ਕੇ ਨਾਮੇ ਪਾਤਸ਼ਾਹ ਨੇ ਸ਼ਲੋਕ ਉਚਾਰੇ। ਆਪਾਂ ਭੋਗ ਪਾਉਂਦੇ ਹਾਂ, ਉਹਨਾਂ ਸ਼ਲੋਕਾਂ 'ਚੋਂ ਕਿਤੇ ਲੱਭ ਕੇ ਦਿਖਾਓ ਵੀ ਔਰੰਗਜ਼ੇਬ ਭੈੜਾ ਹੈ, ਮਰ ਜਾਏ, ਇਹਦਾ ਵਿਹੜਾ ਬਹਿ ਜਾਏ, ਇਹਨੇ ਮੈਨੂੰ ਬੜਾ ਦੁਖੀ ਕੀਤਾ। ਬਿਲਕੁਲ ਨਹੀਂ। ਰੱਬ ਦੀ ਸਿਫਤ ਕੀਤੀ ਹੈ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਥਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਇਹ ਗੁਰਮੁਖ ਦੀ ਅਵਸਥਾ ਹੈ। ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਸਾਨੂੰ ਕੋਈ ਗੱਲ ਕਰ ਜਾਵੇ ਜਾਂ ਝਗੜਾ ਉਤਪੰਨ ਕਰੇ, ਆਪਾਂ ਉਹਦਾ ਮੁਕਾਬਲਾ ਕਰਦੇ ਹਾਂ, ਉਹਦੇ ਪਿੱਛੇ ਪੈ ਜਾਂਦੇ ਆ। ਸਪੀਕਰ ਫੜ ਕੇ ਆ ਵੋਟਾਂ ਦੇ ਵਿੱਚ ਇਹੀ ਕੁਛ ਹੁੰਦਾ ਹੈ ਕਿ ਮੈਂ ਚੰਗਾ, ਤੁਸੀਂ ਮੈਨੂੰ ਵੋਟ ਪਾਓ, ਫਲਾਣਾ ਬੰਦਾ ਮਾੜਾ ਹੈ, ਉਹਦੇ ਚਾਹ ਉਗਣ ਨੇ, ਉਹਨੇ ਆ ਗਲਤੀ ਕੀਤੀ ਹੈ। ਇੰਜ ਨਹੀਂ ਹੋਣਾ ਚਾਹੀਦਾ। ਗੁਰਬਾਣੀ ਵਾਹਿਗੁਰੂ ਜੀ ਦੇ ਗੁਣਾਂ ਦਾ ਖਜ਼ਾਨਾ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਗੁਣ ਕੀ ਸਾਂਝ ਸੁਖ ਉਪਜੈ। ਅਸੀਂ ਦੁਖੀ ਕਿਉਂ ਹਾਂ? ਕਿਉਂਕਿ ਅਸੀਂ ਦੂਜਿਆਂ ਦੇ ਔਗਣ ਫਰੋਲਦੇ ਹਾਂ। ਔਗਣ ਫਰੋਲਣੇ ਕਿਸੇ ਦੀ ਗੰਦਗੀ ਫਰੋਲ ਕੇ ਭੈੜੀ ਸਮੈਲ ਲੈਣ ਦੀ ਤਰ੍ਹਾਂ ਹੈ, ਤਾਂ ਅਸੀਂ ਦੁਖੀ ਹਾਂ। ਜੇ ਗੁਣਾਂ ਦੇ ਨਾਲ ਸਾਂਝ ਪਾਵਾਂਗੇ, ਸਤ ਸੰਤੋਖ ਆਦਿਕ ਦੇ, ਤਾਂ ਸੁੱਖ ਪੈਦਾ ਹੋਵੇਗਾ। ਸਤਿਗੁਰੂ ਫਰਮਾਉਂਦੇ ਨੇ ਬਿਲਾਵਲ ਮਹੱਲਾ ਪੰਜਵਾ, ਨੰਦਕ ਐਸੇ ਹੀ ਝਰ ਭਰੀਐ,
ਇਹ ਨਿਸ਼ਾਨੀ ਸੁਨੋ ਤੁਮ ਭਾਈ, ਜਿਉ ਕਾਲਰ ਪੀਤ ਗਿਰੀਐ। ਨਿੰਦਕ ਇਸੇ ਤਰ੍ਹਾਂ ਆਤਮਿਕ ਉੱਚਤਾ ਤੋਂ ਡਿੱਗ ਪੈਂਦਾ ਹੈ, ਜਿਵੇਂ ਕਲਰ ਦੀ ਕੰਧ ਕਿਰ ਕਿਰ ਕੇ ਡਿੱਗ ਪੈਂਦੀ ਹੈ। ਇਹੀ ਨਿਸ਼ਾਨੀ ਨਿੰਦਕ ਦੇ ਜੀਵਨ ਦੀ ਹੈ। ਨਿੰਦਾ ਉਸਦੇ ਆਤਮਿਕ ਜੀਵਨ ਨੂੰ ਮਾਨੋ ਕਲਰ ਲੱਗਾ ਹੋਇਆ ਹੈ। ਰਹਾਉ ਜੋ ਦੇਖੈ ਛਿਦਰ ਤੋ ਨਿੰਦਕ ਉਮਾ ਹੈ। ਜਦ ਕਿਸੇ ਵਿੱਚ ਨਿੰਦਕ ਮਨੁੱਖ ਕੋਈ ਨੁਕਸ ਵੇਖਦਾ ਹੈ, ਤਦੋਂ ਬੜਾ ਪ੍ਰਸੰਨ ਹੁੰਦਾ, ਖੁਸ਼ ਹੁੰਦਾ। ਭਲੋ ਦੇਖ ਦੁੱਖ ਭਰੀ ਹੈ। ਪਰ ਕਿਸੇ ਦਾ ਗੁਣ ਵੇਖ ਕੇ, ਕਿਸੇ ਦੀ ਸ਼ੋਭਾ ਵੇਖ ਕੇ, ਕਿਸੇ ਦੀ ਵਡਿਆਈ ਵੇਖ ਕੇ ਨਿੰਦਕ ਦੁਖੀ ਹੁੰਦਾ ਰਹਿੰਦਾ ਹੈ ਕਿ ਇਹਦੀ ਵਡਿਆਈ ਕਿਉਂ ਹੈ। ਆਠ ਪਹਿਰ ਚਿਤਵੈ ਨਹੀਂ ਪਹੁੰਚੈ। ਅੱਠੇ ਪੈਰ ਹਰ ਵੇਲੇ ਨਿੰਦਕ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ, ਪਰ ਬੁਰਾਈ ਕਰ ਸਕਣ ਤੱਕ ਅਪੜ ਤਾਂ ਨਹੀਂ ਸਕਦਾ। ਬੁਰਾ ਚਿਤਵਤ ਚਿਤਵਤ ਮਰੀ ਹੈ। ਬੁਰਾ ਸੋਚਦਾ ਸੋਚਦਾ ਹੀ ਮਰ ਜਾਂਦਾ। ਜਿਵੇਂ ਬਾਬਾ ਪ੍ਰੀਤੀ ਚੰਦ ਜੀ ਮਹਾਰਾਜ ਮੇਰੇ ਤਾਂ ਸਤਿਕਾਰਯੋਗ ਨੇ, ਕਿਉਂਕਿ ਗੁਰੂ ਸਾਹਿਬ ਦੇ ਵੱਡੇ ਭਰਾਤਾ ਜੀ ਸਨ। ਗੁਰੂ ਰਾਮਦਾਸ ਜੀ ਵੇਲੇ ਮੁੱਖ ਪ੍ਰਬੰਧਕ ਸਨ, ਪਰ ਗੁਰਮਤ ਮੁਤਾਬਕ ਨਿਯਮਤ ਤੌਰ 'ਤੇ ਉਹਨਾਂ ਦੇ ਵਿੱਚ ਔਗਣ ਸੀਗਾ ਕਿ ਉਹ ਸ੍ਰੀ ਗੁਰੂ ਅਰਜਨ ਦੇਵ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹਮੇਸ਼ਾ ਬੁਰਾ ਸੋਚਦੇ ਰਹਿੰਦੇ। ਇਸੇ ਸੋਚ ਦੇ ਵਿੱਚ ਹੀ ਉਹ ਚੜ੍ਹਾਈ ਕਰ ਗਏ। ਉਹਨਾਂ ਦੀ ਸੋਚ ਨੂੰ ਫਲ ਨਹੀਂ ਲੱਗਾ, ਉਹਨਾਂ ਦੀ ਸੋਚ ਮੁਤਾਬਕ ਨਹੀਂ ਹੋਇਆ, ਕਿਉਂਕਿ ਰੱਬ ਨੇ ਜੋ ਕਰਨਾ ਆਪਦੀ ਮਰਜ਼ੀ ਨਾਲ ਕਰਨਾ ਹੈ। ਅਸੀਂ ਸੋਚਦੇ ਹਾਂ ਸਾਡੀ ਸੋਚ ਮੁਤਾਬਕ ਨਹੀਂ ਕਰਨਾ, ਇਸ ਲਈ ਸੋਚ ਅੰਦੇਸਾ ਤਾਕਾ ਕਹਾਂ ਕਰੀਐ, ਜਾ ਮੈਂ ਇੱਕ ਕਰੀ। ਸੋ ਨਿੰਦਕ ਪ੍ਰਭੂ ਭੁਲਾਇਆ, ਕਾਲ ਨੇਰੇ ਆਇਆ। ਨਿੰਦਕ ਰੱਬ ਨੇ ਹੀ ਭੁਲਾਇਆ ਹੋਇਆ ਹੈ। ਕਿਉਂ ਭੁਲਾਇਆ? ਕਿਉਂਕਿ ਉਹਦੀ ਮੌਤ ਜੋ ਨੇੜੇ ਆਈ ਹੈ। ਹਰ ਜਨ ਸਿਉ ਬਾਦ ਠਰੀ ਹੈ। ਕੁੱਤੇ ਦੀ ਮੌਤ ਆਵੇ ਤੇ ਉਹ ਮੰਦਰ ਮਸੀਤ ਦਾ ਵੀ ਖਿਆਲ ਨਹੀਂ ਰੱਖਦਾ, ਬੇਦਬੀ ਕਰਨ ਕੋਠੇ ਤੇ ਚੜ੍ਹ ਜਾਂਦਾ। ਇਉਂ ਹਰੀ ਦੇ ਜਨਾਂ ਦੇ ਨਾਲ ਜਿਹਨੇ ਝਗੜਾ ਪੈਦਾ ਕਰ ਲਿਆ, ਸਮਝ ਲਓ ਵੀ ਉਹਦੀ ਮੌਤ ਨੇੜੇ ਆ ਗਈ। ਨਾਨਕ ਰਾਖਾ ਆ ਪ੍ਰਭ ਸੁਆਮੀ, ਕਿਆ ਮਾਨਸ ਬਪਰੇ ਕਰੀਐ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਘਰ ਦਾ ਰਾਖਾ ਤਾਂ ਮੇਰਾ ਪ੍ਰਭੂ ਮਾਲਕ ਖੁਦ ਆਪ ਹੈ, ਜਿਸ ਦਾ ਇਹ ਘਰ ਹੈ। ਲੋਕਾਂ ਦੇ ਬੁਰਾ ਸੋਚਣ ਨਾਲ ਗੁਰਦੁਆਰੇ ਦਾ ਬੁਰਾ ਥੋੜ੍ਹਾ ਹੋ ਸਕਦਾ, ਰੱਬ ਦੇ ਪਿਆਰਿਆਂ ਦਾ ਬੁਰਾ ਥੋੜ੍ਹਾ ਹੋ ਸਕਦਾ। ਇਸ ਲਈ ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੈ ਹੋਏ। ਸੋ ਸਤਿਗੁਰੂ ਜੀ ਮਹਾਰਾਜ ਦੁਨੀਆ ਨਾ ਸਾਲਾਹੀ ਜੋ ਮਰ ਵੰਜਸੀ, ਲੋਕਾਂ ਨਾ ਸਾਲਾਹੀ ਜੋ ਮਰ ਖਾਕ ਥੀ ਵਾਲੀ ਸ਼ਬਦ ਦੀ 26ਵੀਂ ਪੌੜੀ ਫੁਰਮਾਨ ਕਰਦੇ ਨੇ। ਗੁਣ ਕੀ ਸਾਜ ਸੁਖ ਊਪਜੈ। ਜੇ ਸੁਖ ਪੈਦਾ ਕਰਨਾ ਚਾਹੁੰਦੇ ਹੋ ਗੁਰਮੁਖੋ, ਤਾਂ ਸਤ ਸੰਤੋਖ ਗੁਣਾਂ ਦੀ ਸਾਂਝ ਕਰਕੇ ਹੀ ਤੁਹਾਡੇ ਮਨ ਦੇ ਅੰਦਰ ਸ਼ਾਂਤੀ ਪੈਦਾ ਹੋ ਸਕਦੀ ਹੈ। ਜਦ ਤੁਸੀਂ ਕਿਸੇ ਦੇ ਬੁਰਾ ਸੋਚਦੇ ਸੌਵੋਗੇ, ਤੁਹਾਨੂੰ ਕਦੀ ਨੀਂਦਰ ਨਹੀਂ ਆਏਗੀ। ਆ ਜਿਹੜੇ ਚੋਰ, ਡਾਕੂ, ਕਾਤਲ ਹੁੰਦੇ ਨੇ, 2 ਨੰਬਰ ਵਾਲੇ ਬੰਦੇ ਹੁੰਦੇ ਨੇ, ਉਹਨਾਂ ਨੂੰ ਕਦੀ ਨੀਂਦਰ ਨਹੀਂ ਆਉਂਦੀ। ਅੱਬੜ ਵਾਏ ਉੱਠਦੇ ਰਹਿੰਦੇ ਵੀ ਕਿਤੇ ਪੁਲਿਸ ਹੀ ਨਾ ਆ ਜੇ।
ਤੇ ਭਲੇ ਮਾਨਸ ਬੰਦੇ ਨੂੰ ਕਾਹਦਾ ਡਰ ਹੈ? ਪੁਲਿਸ ਤਾਂ ਉਹਦੀ ਮਿੱਤਰ ਹੈ, ਕਿਉਂਕਿ ਉਹਨੇ ਕੋਈ ਮਾੜਾ ਕੰਮ ਕੀਤਾ ਹੀ ਨਹੀਂ। ਜੇ ਤੁਸੀਂ ਹਮੇਸ਼ਾ ਚੰਗਾ ਸੋਚੋਗੇ, ਚੰਗਾ ਕਰੋਗੇ ਤਾਂ ਸੁੱਖ ਦੀ ਨੀਂਦੇ ਸੌਵੋਗੇ। ਤੇ ਇਸ ਲਈ ਜੇ ਮਨ ਦੀ ਸ਼ਾਂਤੀ ਚਾਹੁੰਦੇ ਹੋ, ਮਨ ਦਾ ਸੁੱਖ ਚਾਹੁੰਦੇ ਹੋ, ਸੁੱਖ ਦੀ ਨੀਂਦ ਚਾਹੁੰਦੇ ਹੋ, ਤਾਂ ਹਮੇਸ਼ਾ ਕਿਸੇ ਬਾਰੇ, ਖਾਸ ਕਰਕੇ ਜਿਨ੍ਹਾਂ ਨਾਲ ਸਾਡਾ ਵਾਹ ਪੈਣਾ ਹੈ, ਸਾਡਾ ਕੋਈ ਮਿੱਤਰ ਹੈ, ਦੋਸਤ ਹੈ, ਪਹਿਲੀ ਗੱਲ ਤਾਂ ਬਣਾਓ ਨਾ। ਜੇ ਹੁਣ ਬਣਾ ਹੀ ਲਿਆ ਤਾਂ ਉਹਦੇ ਬਾਰੇ ਚੰਗਾ ਸੋਚੋ। ਜੇ ਆਪ ਦਾ ਪਰਿਵਾਰ ਹੀ ਹੈ, ਪਤੀ ਪਤਨੀ ਹੈ, ਜੇ ਹੁਣ ਵਿਆਹ ਹੀ ਕਰਾ ਲਿਆ ਤਾਂ ਫਿਰ ਇੱਕ ਦੂਜੇ ਬਾਰੇ ਕੀ ਐਵੇਂ ਸੋਚੀ ਜਾਣਾ। ਨਿੱਕੀਆਂ ਮੋਟੀਆਂ ਗੱਲਾਂ ਨਹੀਂ ਸੋਚੀ ਦੀਆਂ ਹੁੰਦੀਆਂ, ਵਿਆਹ ਤੋਂ ਪਹਿਲਾਂ ਬੜਾ ਕੁਝ ਹੁੰਦਾ ਹੈ। ਜੇ ਪੁਰਾਣੀਆਂ ਗੱਲਾਂ ਹੀ ਲੈ ਕੇ ਬਹਿ ਜਾਓ ਫਿਰ ਤਾਂ ਬੰਦਾ ਇੱਕ ਮਿੰਟ ਨਹੀਂ ਕੱਢ ਸਕਦਾ। ਤੋ ਇਸ ਵਾਸਤੇ ਇੱਕ ਦੂਜੇ ਬਾਰੇ ਸਾਨੂੰ ਚੰਗਾ ਸੋਚਣਾ ਚਾਹੀਦਾ। ਮੋਟੀ ਜੀ ਗੱਲ ਹੈ, ਪਰਿਵਾਰ ਵੀ ਤਾਂ ਹੀ ਚੱਲ ਸਕਦਾ। ਤੋ ਜਿਹੜੀ ਸਾਡੀ ਸੁਸਾਇਟੀ ਹੈ, ਜੇ ਆਪਦੇ ਮਲਾਪੜਿਆਂ ਬਾਰੇ ਬੁਰਾ ਸੋਚਾਂਗੇ ਮਨ ਦੁਖੀ ਰਹੇਗਾ। ਕਈ ਵਾਰ ਪਤਾ ਲੱਗ ਜਾਏ ਤਾਂ ਅਗਲਾ ਝਗੜਾ ਕਰੇਗਾ। ਤੋ ਇਸ ਲਈ ਮਨ ਦਾ ਆਰਾਮ ਇਸੇ ਵਿੱਚ ਹੈ ਕਿ ਜਿਨ੍ਹਾਂ ਨਾਲ ਸਾਡਾ ਵਾਹ ਪੈਣਾ ਹੈ, ਜਿਨ੍ਹਾਂ ਨਾਲ ਸਾਡੀ ਜਾਣਕਾਰੀ ਹੈ, ਉਹਦੇ ਵਿੱਚ ਗੁਣ ਵੇਖੋ ਅਤੇ ਗੁਣਾਂ ਦੀ ਸਾਂਝ ਪਾਓ। ਬੁਰਾ ਕਦੀ ਵੀ ਨਾ ਸੋਚੋ ਤਾਂ ਸੁੱਖ ਪੈਦਾ ਹੋਵੇਗਾ। ਸੱਚੀ ਭਗਤ ਕਰੀ ਨਾ, ਸੱਚੀ ਪ੍ਰੇਮਾ ਭਗਤੀ ਗੁਰਮੁਖ ਕਰਦੇ ਨੇ। ਇਸੇ ਵਾਸਤੇ ਗੁਰੂ ਸਾਹਿਬ ਨੇ ਆਖਿਆ ਹੈ ਕਿ ਭਾਈ ਗੁਰੂ ਦੀ ਬਾਣੀ ਪੜ੍ਹੋ, ਮਨ ਦੇ ਆਰਾਮ ਵਾਸਤੇ ਮਨ ਨੂੰ ਕਦੀ ਵੀ ਵਿਹਲਾ ਨਾ ਛੱਡੋ। ਜੇ ਤੁਹਾਡਾ ਬਾਣੀ ਪੜ੍ਹਨ ਨੂੰ ਚਿੱਤ ਨਹੀਂ ਕਰਦਾ, ਕਾਫੀ ਚਿਰ ਹੋ ਗਿਆ ਪਾਠ ਕਰਦਿਆਂ, ਤਾਂ ਤੁਸੀਂ ਕੋਈ ਸੇਵਾ ਕਰੋ। ਸੇਵਾ ਅਤੇ ਸਿਮਰਨ ਇੱਕੋ ਜਿਹਾ ਹੀ ਫਲ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਉੱਚਾ ਤਾਂ ਸਭ ਤੋਂ ਸਿਮਰਨ ਹੀ ਹੈ, ਪਰ ਸਾਥੋਂ ਹੋ ਨਹੀਂ ਸਕਦਾ। ਇਸ ਲਈ ਸੇਵਾ ਕਰੋ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨ ਲੱਗੈ ਆਏ। ਜੰਮਣ ਮਰਨ ਮਿਟ ਗਿਆ, ਕਾਲੇ ਕਾ ਕਿਛ ਨ ਬਸਾਏ। ਜੇ ਮਨ ਦਾ ਆਰਾਮ ਚਾਹੁੰਦੇ ਹੋ, ਸਾਡੀਆਂ ਸਰਕਾਰਾਂ ਬੱਚਿਆਂ ਨੂੰ ਕਹਿੰਦੇ ਨੇ ਕਿ ਖੇਡਾਂ ਦੇ ਵਿੱਚ ਲਾਓ। ਕਿਉਂ ਲਾਓ? ਕਿਉਂਕਿ ਬੱਚੇ ਵਿਹਲੇ ਰਹਿ ਕੇ ਵਿਗੜ ਜਾਂਦੇ ਨੇ, ਨਸ਼ੇ ਪੱਤਿਆਂ ਦੇ ਸੇਵਨ 'ਚ ਪੈ ਜਾਂਦੇ ਨੇ। ਜਿਹੜਾ ਬੱਚਾ ਖੇਡਾਂ 'ਚ ਲੱਗੇਗਾ ਉਹ ਬਿਜ਼ੀ ਹੋ ਜਾਏਗਾ, ਹਮੇਸ਼ਾ ਪੜ੍ਹਿਆ ਨਹੀਂ ਜਾਂਦਾ। ਤੋ ਗੁਰਦੁਆਰੇ ਦਾ ਇਹ ਨਿਯਮ ਹੈ ਵੀ ਪਾਠ ਕਰੋ, ਨਿਤਨੇਮ ਕਰੋ, ਭਗਤੀ ਕਰੋ, ਮਾਲਾ ਫੇਰੋ, ਸਿਮਰਨ ਕਰੋ। ਪਰ ਨਹੀਂ, ਫੁੱਲ ਟਾਈਮ ਸਾਡੇ ਕੋਲੋਂ ਇਹ ਕੁਛ ਨਹੀਂ ਹੋ ਪਾਉਂਦਾ। ਤਾਂ ਗੁਰਦੁਆਰੇ ਵਿੱਚ ਸੇਵਾ ਹੈ, ਤੁਸੀਂ ਸੇਵਾ ਕਰੋ ਤਾਂ ਤੁਹਾਡਾ ਮਨ ਸ਼ਾਂਤ ਹੋ ਜਾਏਗਾ। ਬਹੁਤਾ ਦੂਰ ਨਾ ਜਾਓ, ਆਪਦੇ ਘਰ ਦਾ ਰੋਟੀ ਖਾਣ ਵਾਲਾ ਟੇਬਲ ਹੀ ਸਾਫ਼ ਕਰਕੇ ਦੇਖੋ। ਕਿਤੇ ਆਪਦੇ ਕਮਰੇ ਦੀ ਅਲਮਾਰੀ ਉੱਤੇ ਲੀਰ ਮਾਰ ਕੇ ਦੇਖ ਲਓ, ਰੋਸ਼ਨੀ ਵਾਲਾ ਸ਼ੀਸ਼ਾ ਹੀ ਸਾਫ਼ ਕਰਕੇ ਦੇਖ ਲਓ। ਤੁਹਾਡਾ ਮਨ ਬੜਾ ਪ੍ਰਸੰਨ ਹੋਏਗਾ ਕਿ ਮੈਂ ਕੁਛ ਕੀਤਾ ਹੈ। ਜਦ ਆਪਾਂ ਕੁਛ ਕਰਦੇ ਨਹੀਂ, ਵਿਹਲੇ ਰਹਿੰਦੇ ਹਾਂ, ਤਾਂ ਸਾਡਾ ਮਨ ਕਾਹਲਾ ਪੈਂਦਾ ਹੈ, ਅਸੀਂ ਦੁਖੀ ਹੋ ਜਾਂਦੇ ਹਾਂ। ਤੇ ਗੁਰੂ ਘਰ ਦੀ ਸੇਵਾ ਕਰਨ ਤੋਂ ਉਹਦਾ ਮਨ ਪ੍ਰਸੰਨ ਹੁੰਦਾ ਹੀ ਹੈ। ਜਦ ਆਪਾਂ ਕਿਸੇ ਦੇ ਕੰਮ ਆਵਾਂਗੇ ਤੇ ਹਮੇਸ਼ਾ ਸੁੱਖ ਪੈਦਾ ਹੋਵੇਗਾ। ਜੰਮਣ ਮਰਨ ਦਾ ਦੁੱਖ ਸਭ ਤੋਂ ਵੱਡਾ, ਉਹ ਵੀ ਮਿਟ ਜਾਵੇਗਾ ਅਤੇ ਕਾਲ ਦਾ ਵੀ ਕੋਈ ਵਸ ਪੇਸ਼ ਨਹੀਂ ਚੱਲੇਗਾ। ਹਰ ਸੇਤੀ ਮਨ ਰਬ ਰਹਿਆ, ਸੱਚੇ ਰਹਿਆ ਸਮਾਏ।
ਹਰੀ ਦੇ ਨਾਲ ਮਨ ਮਿਲਿਆ ਰਹੇਗਾ ਤੇ ਸੱਚੇ ਦੇ ਵਿੱਚ ਸਮਾਇਆ ਰਹੇਗਾ। ਨਾਨਕ ਹੋਂ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਭਾਏ। ਸਤਿਗੁਰੂ ਜੀ ਕਹਿੰਦੇ ਨੇ ਜੋ ਸਤਿਗੁਰੂ ਦੇ ਹੁਕਮ 'ਚ ਚੱਲਦੇ ਨੇ ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਸੱਚ ਵਣਜਹਿ ਗੁਰ ਸ਼ਬਦ ਸਿਓ। ਫਿਰ ਗੁਰੂ ਸਾਹਿਬ ਜੀ ਦੇ ਉਪਦੇਸ਼ ਨਾਲ ਸੱਚੇ ਨਾਮ ਸੱਚ ਸਰੂਪ ਦੇ ਗਿਆਨ ਨੂੰ ਹੀ ਗੁਰਮੁਖ ਖਰੀਦਦੇ ਨੇ। ਲਾਹਾ ਨਾਮ ਲਈਨ। ਅਤੇ ਨਾਮ ਜਪਣ ਜਪਾਉਣ ਜਾਂ ਨਾਮ ਦੀ ਪ੍ਰਾਪਤੀ ਕਰਕੇ ਜੀਵਨ ਮੁਕਤੀ ਦਾ ਲਾਭ ਲੈਂਦੇ ਨੇ। ਸੱਚ ਵਪਾਰ ਕਰੋ ਵਪਾਰੀ ਦਰਗਹਿ ਨਵੈ ਖੇਪ ਤੁਮਾਰੀ। ਸੋ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਸੋਇਨਾ ਰੂਪਾ ਪਾਪ ਕਰ ਕਰ ਸੰਚੀਐ। ਕਰਮ ਕਰ ਕਰਕੇ ਸੋਨਾ ਚਾਂਦੀ ਆਦਿ ਕਮਾਇਆ ਇਕੱਤਰ ਕਰੀਦੀ ਹੈ। ਚੱਲੈ ਨਾ ਚੱਲਦਿਆਂ ਨਾਲ। ਜਦ ਇਨਸਾਨ ਪਰਲੋਕ ਨੂੰ ਚੱਲਦਾ ਹੈ ਤਾਂ ਨਾ ਸੋਨਾ ਤੇ ਨਾ ਚਾਂਦੀ ਕੋਈ ਵੀ ਨਾਲ ਨਹੀਂ ਚੱਲਦੀ। ਇਸ ਲਈ ਮਹਾਰਾਜ ਨੇ ਆਖਿਆ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ। ਸੋਨਾ ਵੀ ਝੂਠ ਹੈ ਚਾਂਦੀ ਵੀ ਝੂਠ ਹੈ। ਇਹਨੂੰ ਪਹਿਨਣ ਵਾਲੇ ਉਹ ਵੀ ਝੂਠੇ ਨੇ। ਵਿਣ ਨਾਵੈ ਨਾਲ ਨਾ ਚੱਲਸੀ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਪਰਲੋਕ ਦੀ ਵੀ ਸਹਾਇਤਾ ਕਰਨ ਲਈ ਕੋਈ ਪਦਾਰਥ ਕਰਮ ਕਾਂਡ ਆਦਿਕ ਨਾਲ ਨਹੀਂ ਚੱਲਦਾ। ਸਭ ਮੁੱਠੀ ਜਮ ਕਾਲ। ਜਪਨ ਮੰਨਣ ਰੂਪ ਕਾਲ ਨੇ ਕਰਮ ਕਾਂਡੀਆਂ ਵਾਲੀ ਸਾਰੀ ਸ੍ਰਿਸ਼ਟੀ ਲੁੱਟੀ ਹੋਈ ਹੈ। ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਖੈ ਨਿਮਖ ਸਿਮਰਤ ਜਿਤ ਛੂਟੈ। ਮਨ ਕਾ ਤੋਸਾ ਹਰ ਨਾਮ ਹੈ। ਆਦਮੀਆਂ ਨੇ ਸਾਰੇ ਕਰਮ ਰਸਤੇ ਵਿੱਚ ਆਦਮੀਆਂ ਦੇ ਖੋਹ ਲਏ ਜਾਂਦੇ ਨੇ। ਇਸ ਲਈ ਜਿਹੜਾ ਮਨ ਦਾ ਹਿਰਦੇ ਦਾ ਜੀਵ ਦਾ ਪਰਲੋਕ ਰੂਪੀ ਤੋਸਾ ਤੋਸਾ ਕਿਹਨੂੰ ਕਹਿੰਦੇ ਨੇ? ਪੁਰਾਣੇ ਸਮੇਂ ਦੇ ਵਿੱਚ ਜਦ ਕਿਸੇ ਨੇ ਕਿਤੇ ਦੂਰ ਜਾਣਾ ਹੁੰਦਾ, ਅੱਜ ਕੱਲ੍ਹ ਤਾਂ ਬੜਾ ਕੁਛ ਹੈ, ਪੈਕਟਾਂ ਦੇ ਵਿੱਚ ਹੀ ਸਾਨੂੰ ਖਾਣ ਨੂੰ ਮਿਲ ਜਾਂਦਾ ਹੈ। ਜਗ੍ਹਾ ਜਗ੍ਹਾ 'ਤੇ ਹੋਟਲ ਰੈਸਟੋਰੈਂਟ ਬਣੇ ਹੋਏ ਨੇ, ਜਿੱਥੇ ਵੀ ਗੱਡੀ ਖਲੋਂਦੀ ਹੈ ਜੋ ਮਰਜ਼ੀ ਖਾਓ ਪੀਓ। ਪੁਰਾਣੇ ਟਾਈਮ ਸੀਗੇ ਮੀਲਾਂ ਦੇ ਮੀਲ ਸਫ਼ਰ ਤੁਰ ਕੇ ਤੈਅ ਕਰਨਾ ਪੈਂਦਾ, ਤਾਂ ਰਸਤੇ ਦੇ ਵਿੱਚ ਭੁੱਖ ਲੱਗ ਜਾਏ ਤੇ ਖੰਡ ਘਿਓ ਮੈਦਾ ਇਹਨਾਂ ਤਿੰਨਾਂ ਨੂੰ ਇੱਕੋ ਜਿਹਾ ਮਿਲਾ ਕੇ ਪ੍ਰਸ਼ਾਦਾ ਤਿਆਰ ਕਰਕੇ ਨਾਲ ਲਿਜਾਇਆ ਜਾਂਦਾ ਸੀ। ਜੋ ਰਸਤੇ ਵਿੱਚ 2-4 ਬੁਰਕੀਆਂ ਛਕ ਕੇ ਹੀ ਭੁੱਖ ਮਿਟ ਜਾਂਦੀ, ਮੁੜ ਕੇ ਭੁੱਖ ਨਹੀਂ ਸੀ ਲੱਗਦੀ, ਮਨ ਭਰ ਜਾਂਦਾ। ਇਸੇ ਪ੍ਰਕਾਰ ਜਿਹੜੇ ਗੁਰਮੁਖ ਜਾਣੇ ਪਰਲੋਕ ਰੂਪ ਰਸਤੇ ਲਈ ਭਗਤੀ ਰੂਪ ਖੰਡ, ਪ੍ਰੇਮ ਰੂਪੀ ਘਿਓ ਤੇ ਗਿਆਨ ਰੂਪੀ ਮੈਦਾ ਆਦਿਕ ਗੁਣਾਂ ਦਾ ਤੋਸਾ ਬੰਨ ਕੇ ਨਾਲ ਲਿਜਾਂਦੇ ਨੇ। ਪਰਲੋਕ ਦਾ ਜਿਹੜਾ ਖਰਚਾ ਹੈ ਉਹ ਮਨ ਕਾ ਤੋਸਾ ਹਰ ਨਾਮ ਹੈ। ਜੀਵ ਦਾ ਹਿਰਦੇ ਦਾ ਪਰਲੋਕ ਰੂਪੀ ਰਸਤੇ ਦਾ ਖਰਚਾ ਕੇਵਲ ਪਰਮੇਸ਼ਰ ਦਾ ਨਾਮ ਹੀ ਹੈ। ਜਿਹੇ ਮਾਰਗ ਕੇ ਗਣੀ ਜਾਹੇ ਨਾ ਕੋਸਾ। ਜਿਸ ਪਰਲੋਕ ਰਸਤੇ ਦੇ ਕੋਹ ਨਹੀਂ ਗਿਣੇ ਜਾਂਦੇ।
ਹਰ ਕਾ ਨਾਮ ਊਹਾ ਸੰਗ ਤੋਸਾ ਹੀ ਗੁਰਮੁਖ। ਹਰੀ ਦਾ ਨਾਮ ਉਸ ਪਰਲੋਕ ਰਸਤੇ ਤੈਨੂੰ ਤੋਸਾ ਹੋ ਕੇ ਮਿਲੇਗਾ। ਜਿਹ ਪੈਡ ਮਹਾ ਅੰਧ ਗੁਬਾਰਾ, ਜਿਸ ਪਰਲੋਕ ਰਸਤੇ ਬੜਾ ਅੰਨਾ ਕੁਪ ਹਨੇਰਾ ਹੈ। ਹਰ ਕਾ ਨਾਮ ਸੰਗ ਉਜਿਆਰਾ, ਹਰੀ ਦਾ ਨਾਮ ਉੱਥੇ ਨਾਲ ਉਜਾਲਾ ਹੋਏਗਾ। ਜਹਾਂ ਪੰਥ ਤੇਰਾ ਕੋ ਨਾ ਸਿਆਣੋ, ਜਿਸ ਰਸਤੇ ਤੇਰਾ ਕੋਈ ਸਿਆਣੂ ਨਹੀਂ ਹੋਏਗਾ। ਹਰ ਕਾ ਨਾਮ ਤੈ ਨਾਲ ਪਛਾਨੋ, ਹਰੀ ਦਾ ਨਾਮ ਉੱਥੇ ਤੇਰੇ ਨਾਲ ਜਾਣ ਪਹਿਚਾਣ ਵਾਲਾ ਹੋਏਗਾ। ਚਹਿ ਮਹਾ ਭਿਆਨ ਤਪਤ ਬਹੁ ਕਾਮ, ਜਿੱਥੇ ਬਹੁਤ ਹੀ ਭਿਆਨਕ ਤਪਸ਼ ਬੜੀ ਗਰਮੀ ਹੋਏਗੀ। ਤੈ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ, ਉੱਥੇ ਹਰੀ ਦੇ ਨਾਮ ਦੀ ਤੇਰੇ ਉੱਪਰ ਛਤਰੀ ਛਾਂ ਹੋਏਗੀ। ਜਾਹ ਤ੍ਰਿਖਾ ਮਨ ਤੁਝ ਆਕ ਰਖੈ, ਜਿੱਥੇ ਮਾਇਆ ਦੀ ਤ੍ਰੇ ਤੈਨੂੰ ਸਦਾ ਖਿੱਚ ਪਾਉਂਦੀ ਹੈ, ਜਾਂ ਪ੍ਰਤੱਖ ਤੈਨੂੰ ਪਿਆਸ ਲੱਗੇਗੀ। ਪਰਲੋਕ ਰਸਤੇ ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਉਪਦੇਸ਼ ਮੰਨ ਕੇ ਜੇ ਨਾਮ ਜਪਿਆ ਹੋਵੇਗਾ ਤਾਂ ਗੁਰੂ ਸਾਹਿਬ ਉੱਥੇ ਤੇਰੇ ਉੱਪਰ ਅੰਮ੍ਰਿਤ ਦੀ ਵਰਖਾ ਕਰਨਗੇ। ਜਿਵੇਂ ਹਰੇਕ ਦੇਸ਼ ਦੀ ਕਰੰਸੀ ਵੱਖੋ ਵੱਖ ਹੈ। ਅਸੀਂ ਪਾਕਿਸਤਾਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਏ ਤਾਂ ਬਾਰਡਰ ਦੇ ਉੱਪਰ ਕਰੰਸੀ ਨੂੰ ਚੇਂਜ ਕਰਾਉਣਾ ਪਿਆ, ਕਿਉਂਕਿ ਜਿਸ ਦੇਸ਼ ਵਿੱਚ ਜਾਈਏ ਉਸੇ ਹੀ ਦੇਸ਼ ਦੀ ਕਰੰਸੀ ਚੱਲੇਗੀ। ਤੋ ਇਸੇ ਤਰ੍ਹਾਂ ਜਿਹੜਾ ਪਰਲੋਕ ਦਾ ਖਰਚਾ ਹੈ, ਪਰਲੋਕ ਦੀ ਕਰੰਸੀ ਹੈ, ਉਹ ਪ੍ਰਭੂ ਦਾ ਨਾਮ ਹੈ। ਨਾਮ ਦੇ ਨਾਲ ਹੀ ਸਾਰੇ ਕੰਮ ਸਵਰਦੇ ਨੇ। ਮਨ ਕਾ ਤੋਸਾ ਹਰ ਨਾਮ ਹੈ, ਜੀਵ ਦਾ ਪਰਲੋਕ ਰੂਪ ਰਸਤੇ ਦਾ ਖਰਚ ਕੇਵਲ ਹਰੀ ਪਰਮੇਸ਼ਰ ਦਾ ਨਾਮ ਹੀ ਹੈ। ਹਿਰਦੈ ਰਖੋ ਸੰਭਾਲ, ਗੁਰਮੁਖੋ ਇਸ ਨੂੰ ਆਪਣੇ ਹਿਰਦੇ ਮਨ ਦੇ ਵਿੱਚ ਸੰਭਾਲ ਕੇ ਰੱਖਣਾ ਕਰੋ। ਇਹੋ ਖਰਚ ਅਖੁੱਟ ਹੈ, ਨਾਮ ਰੂਪ ਖਰਚ ਕਦੇ ਵੀ ਮੁੱਕਣ ਵਾਲਾ ਨਹੀਂ ਹੈ। ਗੁਰਮੁਖ ਨਿਭੈ ਨਾਲ, ਗੁਰਮੁਖ ਜਨਾਂ ਦੇ ਨਾਲ ਸਾਥ ਹੀ ਨਿਭਦਾ, ਪਾਪ ਲੋਕ ਵਿੱਚ ਵੀ ਸਹਾਇਤਾ ਕਰਦਾ ਹੈ। ਏ ਮਨ ਮੁਲਹੁ ਭੁੱਲਿਆ, ਆਪਣੇ ਮਨ ਨੂੰ ਸਿੱਖਿਆ ਦਈਏ ਕਿ ਹੇ ਮਨਾ, ਜਾਂ ਮਨ ਦਾ ਅਰਥ ਜੀਵ ਵੀ ਹੈ, ਤੂੰ ਆਪਣੇ ਮੂਲ ਰੂਪ ਪਰਮੇਸ਼ਰ ਤੋਂ ਭੁੱਲਿਆ ਹੋਇਆ ਹੈ। ਜਸ ਹੈ ਪਤ ਗਵਾਈ, ਜਿਸ ਕਰਕੇ ਤੂੰ ਪਰਲੋਕ ਦੇ ਵਿੱਚ ਆਪਣੀ ਇੱਜ਼ਤ ਨੂੰ ਗਵਾ ਕੇ ਜਾਵੇਂਗਾ। ਇਹੋ ਜਗਤ ਮੋਹਿ ਦੂਜੈ ਵਿਆਪਿਆ, ਜਗਤ ਸੰਸਾਰ ਹੈ, ਇਹ ਮੋਹ ਅਗਿਆਨ ਕਰਕੇ ਦਵੈਤ ਭਾਵ ਦੇ ਵਿੱਚ ਲੱਗਿਆ ਹੋਇਆ ਹੈ, ਜਾਂ ਦਵੈਤ ਭਾਵ ਕਰਕੇ ਮੋਹ ਦੇ ਵਿੱਚ ਲੱਗਿਆ ਹੋਇਆ ਹੈ। ਗੁਰਮਤੀ ਸੱਚ ਧਿਆਏ, ਇਸ ਲਈ ਤੂੰ ਗੁਰਾਂ ਦੀ ਮੱਤੀ ਸਿੱਖਿਆ ਦੁਆਰਾ ਸਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ। ਹਰ ਕੀ ਕੀਮਤ ਨਾ ਪਵੈ, ਪਰਮੇਸ਼ਰ ਦੀ ਕੀਮਤ ਨਹੀਂ ਪੈ ਸਕਦੀ ਹੈ। ਹਰ ਜਸ ਲਿਖਣ ਨਾ ਜਾਏ, ਨਾ ਹੀ ਸੰਪੂਰਨ ਤੌਰ ਤੇ
ਹਰੀ ਪਰਮੇਸ਼ਰ ਦਾ ਜਸ ਲਿਖਿਆ ਜਾ ਸਕਦਾ ਹੈ। ਗੁਰ ਕੈ ਸ਼ਬਦ ਮਾਨ ਤਨ ਰਪੈ। ਜੋ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਮਨ ਹਿਰਦੇ ਤੇ ਤਨ ਸਰੀਰ ਦੁਆਰਾ ਨਾਮ ਦੇ ਵਿੱਚ ਰੰਗੇ ਗਏ ਹਨ। ਹਰ ਸਿਉ ਰਹਿ ਸਮਾਈ। ਉਹ ਹਰੀ ਪਰਮੇਸ਼ਰ ਦੇ ਨਾਲ ਹੀ ਅਭੇਦ ਹੋ ਰਹਿੰਦੇ ਹਨ। ਸੋ ਸਹ ਮੇਰਾ ਰੰਗਲਾ। ਇਹ ਭਾਈ ਜਿਹੜਾ ਮੇਰਾ ਪਤੀ ਪਰਮੇਸ਼ਰ ਹੈ ਆਪ ਆਨੰਦ ਸਰੂਪ ਹੈ। ਰੰਗੀ ਸਹਿਜ ਸੁਭਾਈ। ਜੋ ਸੁਭਾਵਕ ਸੁਤੇ ਸਿੱਧ ਹੀ ਜਾਂ ਸ਼ਾਂਤੀ ਸੁਭਾਅ ਬਖਸ਼ ਕੇ ਆਪਣੇ ਨਾਮ ਰੰਗ ਆਨੰਦ ਵਿੱਚ ਰੰਗ ਲੈਂਦਾ ਹੈ। ਕਾਮਣ ਰੰਗ ਤਾ ਚੜੈ। ਜਗਿਆਸੂ ਰੂਪ ਇਸਤਰੀ ਨੂੰ ਤਾਂ ਹੀ ਨਾਮ ਜਾਂ ਗਿਆਨ ਰੂਪ ਰੰਗ ਚੜ੍ਹਦਾ ਹੈ। ਜਾ ਪਿਰ ਕੈ ਅੰਕ ਸਮਾਈ। ਜਦੋਂ ਪਤੀ ਪਰਮੇਸ਼ਰ ਦੇ ਪ੍ਰੇਮ ਸਰੂਪ ਦੇ ਵਿੱਚ ਸਮਾ ਜਾਂਦੀ ਹੈ। ਚਿਰੀ ਵਿਛੁੰਦੇ ਭੀ ਮਿਲਨਾ। ਚਿਰਾਂ ਦੇ ਵਿਛੜੇ ਹੋਏ ਜੀਵ ਵੀ ਪਰਮੇਸ਼ਰ ਦੇ ਨਾਲ ਮਿਲ ਸਕਦੇ ਨੇ। ਜੋ ਸਤਿਗੁਰ ਸੇਵਾਨਾ। ਜਿਹੜੇ ਸਤਿਗੁਰੂ ਸਾਹਿਬ ਜੀ ਨੂੰ ਸੇਵਦੇ ਹਨ, ਕਿਉਂਕਿ ਸਤਿਗੁਰਾਂ ਨੇ ਅਵਤਾਰ ਹੀ ਵਿਛੜਿਆਂ ਨੂੰ ਮਿਲਣ ਲਈ ਧਾਰਿਆ ਹੈ। ਆ ਜਿਹੜੀ ਬਾਣੀ ਹੈ ਇਹ ਵੀ ਸਾਨੂੰ ਤਾਂ ਹੀ ਬਖਸ਼ਿਸ਼ ਕੀਤੀ ਹੈ ਕਿ ਗੁਰਬਾਣੀ ਦੁਆਰਾ ਆਪਾਂ ਮਿਲ ਸਕਦੇ ਹਾਂ। ਪਰ ਜੇ ਆਪਾਂ ਪੜ੍ਹਾਂਗੇ ਅਤੇ ਵਿਚਾਰਾਂਗੇ, ਅਤੇ ਜੇ ਆਪਾਂ ਗੁਰਬਾਣੀ ਨੂੰ ਪੜ੍ਹਾਂਗੇ ਵਿਚਾਰਾਂਗੇ ਹੀ ਨਹੀਂ ਤਾਂ ਫਿਰ ਮਿਲਾਂਗੇ ਕਿਵੇਂ। ਗੁਰਬਾਣੀ ਹੀ ਇੱਕ ਸਾਧਨ ਹੈ। ਮਹੱਲਾ ਪੰਜਵਾ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਦਰ ਦ੍ਰਿੜਾਇਂਦਾ ਖੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨ ਮਿਲਾਇਆ ਜਿਨ ਤੁਰੇ ਪਿਆ ਸੰਜੋਗ। ਸੋ ਸਤਿਗੁਰੂ ਜੀ ਨੇ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਹੈ ਇਹ ਕਈ ਜਨਮਾਂ ਦੇ ਵਿਛੜਿਆਂ ਨੂੰ ਮਿਲਣ ਵਾਸਤੇ ਛਕਾਇਆ ਹੈ। ਅੰਮ੍ਰਿਤ ਛਕਣ ਵਾਲੇ ਦੇ ਪਿਛਲੇ 100 ਜਨਮਾਂ ਦੇ ਪਾਪ ਗੁਰੂ ਸਾਹਿਬ ਬਖਸ਼ ਲੈਂਦੇ ਨੇ ਤੇ ਅੱਗੇ ਵਾਸਤੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਸਿੱਧੇ ਰਸਤੇ ਪਾਉਂਦੇ ਹਨ। ਜਿਹੜਾ ਸੁਧਰ ਗਿਆ ਸੋ ਤਾਂ ਚੜ੍ਹਦੀ ਕਲਾ, ਜਿਹੜਾ ਨਹੀਂ ਸੁਧਰਿਆ ਫਿਰ ਉਹ ਚੱਕਰ 'ਚ ਘੁੰਮੇਗਾ। ਗੁਰੂ ਸਾਹਿਬ ਨੇ ਵਿਛੜਿਆਂ ਨੂੰ ਮਿਲਣ ਵਾਸਤੇ ਅੰਮ੍ਰਿਤ ਛਕਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਚਾਰੀ ਹੈ। ਆਰਾ ਪੱਕੀ ਸੰਗਤ ਕਾਇਮ ਕਰ ਦਿੱਤੀ ਕਿ ਦੋਵੇਂ ਟਾਈਮ ਸੰਗਤ ਕਰੋ। ਇਹ ਵਿਛੜਿਆਂ ਨੂੰ ਮਿਲਣ ਵਾਸਤੇ ਕੀਤੀ ਹੈ। ਜੋ ਸਤਿਗੁਰ ਸੇਵਾਨਾ। ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ, ਸਤਿਗੁਰੂ ਸਾਹਿਬ ਨੂੰ ਸੇਵਦੇ ਨੇ, ਉਹ ਮਹਾਰਾਜ ਦੀ ਸੇਵਾ ਕਰਕੇ, ਮਹਾਰਾਜ ਦਾ ਸਿਮਰਨ ਕਰਕੇ ਪਰਮੇਸ਼ਰ ਦੇ ਨਾਲ ਮਿਲ ਜਾਂਦੇ ਹਨ। ਅੰਤਰ ਨਵ ਨਿਧ ਨਾਮ ਹੈ। ਰੂਪ ਨਾਮ ਉਹਨਾਂ ਦੇ ਹਿਰਦੇ ਦੇ ਅੰਦਰ ਹੀ ਹੈ। ਖਾਨ ਖਰਚਨ ਨਾਨੇ ਖੁਟਾਈ। ਜੋ ਆਪ ਜਪਨ ਰੂਪ ਖਾਂਦੀਆਂ ਤੇ ਹੋਰਨਾਂ ਤੋਂ ਜਪਾਉਣ ਰੂਪ ਖਰਚਦੀਆਂ ਕਦੇ ਵੀ ਮੁੱਕਦਾ ਨਹੀਂ ਹੈ। ਖਾਵੇ ਖਰਚੈ ਰਲ ਮਿਲ ਭਾਈ ਟੋਟ ਨਾ ਆਵੇ ਵਧ ਤੋ ਜਾਈ। ਪਿਉ ਦਾਦੀ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨ। ਕੋਈ ਸਾਧ ਸੰਗਤ ਜੀਓ ਪੈਸੇ ਖੋ ਸਕਦਾ ਹੈ
ਪਦਾਰਥ ਖੋ ਸਕਦਾ ਹੈ, ਪਰ ਜਿਹੜਾ ਨਾਮ ਦਾ ਖਜ਼ਾਨਾ ਇਹ ਨਹੀਂ ਕੋਈ ਲੈ ਸਕਦਾ। ਏਡਾ ਮਹਾਨ ਹੈ। ਜਿਹੜੇ ਪ੍ਰਤੱਖ ਮਾਇਆ ਹੈ, ਪ੍ਰਤੱਖ ਪਦਾਰਥ ਨੇ, ਜਿੰਨਾ ਵੰਡੀਏ ਉਹਨਾਂ ਘਟਦੇ ਜਾਂਦੇ ਨੇ। ਕਹਿੰਦੇ ਖਾਂਦਿਆਂ ਖੂਹਾਂ ਦੇ ਖੂਹ ਖਾਲੀ ਹੋ ਜਾਂਦੇ ਨੇ, ਪਰ ਜਿਹੜਾ ਮਹਾਰਾਜ ਦੀ ਬਾਣੀ ਦਾ ਨਾਮ ਦਾ ਖਜ਼ਾਨਾ ਹੈ, ਜਿੰਨਾ ਵੀ ਵਰਤਾਵਾਂਗੇ ਓਨਾ ਹੀ ਅੱਗੇ ਵਾਧਾ ਤੁਰਿਆ ਜਾਏਗਾ। ਹਰ ਗੁਣ ਸਹਿਜ ਰਵਾਨਾ। ਇਸ ਕਰਕੇ ਗੁਰਮੁਖ ਜਨ ਜੀਵਨ ਮੁਕਤੀ ਦੀ ਪ੍ਰਾਪਤੀ ਵਾਸਤੇ ਸੁਭਾਵਕ ਹੀ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰਦੇ ਰਹਿੰਦੇ ਨੇ। ਨਾਉ ਜਨਮ ਹੈ ਨਾਮ ਰਹੈ। ਫਿਰ ਉਹ ਜਿਹੜੇ ਗੁਰਮੁਖ ਜਨ ਨੇ ਦੁਬਾਰਾ ਨਾ ਤਾਂ ਜਨਮਦੇ ਨੇ ਤੇ ਨਾ ਹੀ ਮਰਦੇ, ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ। ਨਾਉ ਦੁੱਖ ਸਹਾਨਾ। ਅਤੇ ਨਾ ਹੀ ਉਹ ਗੁਰਮੁਖ ਨਰਕ ਆਦਿਕ ਦਾ ਕੋਈ ਦੁੱਖ ਸਹਾਰਦੇ ਨੇ। ਗੁਰ ਰਾਖੇ ਸੇ ਉਪਰੇ। ਜੋ ਗੁਰਾਂ ਨੇ ਆਪਣੀ ਸ਼ਰਨ ਦੇ ਵਿੱਚ ਰੱਖ ਲਏ, ਉਹੀ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚੇ ਹਨ। ਹਰਿ ਸਿਉ ਕੀਲ ਕਰਾਨਾ। ਹਰ ਉਹੀ ਹਰੀ ਪਰਮੇਸ਼ਰ ਨਾਲ ਮਿਲ ਕੇ ਆਨੰਦ ਮਾਨਣਾ ਕਰਦੇ ਹਨ। ਸੱਜਣ ਮਿਲੇ ਨਾ ਵਿਛੜਾ ਉਹ ਹੈ। ਜਿਹੜੇ ਸੱਜਣ ਪਿਆਰੇ ਸੰਤ ਭਗਤ ਵਾਹਿਗੁਰੂ ਨਾਲ ਮਿਲੇ ਹੋਏ ਕਦੀ ਵੀ ਵਿਛੜਦੇ ਨਹੀਂ ਹਨ। ਜੀ ਅਨ ਦਿਨ ਮਿਲੇ ਰਹਾਨਾ। ਜਿਹੜੇ ਦਿਨ ਰਾਤ ਪਰਮੇਸ਼ਰ ਦੇ ਨਾਮ ਦੇ ਵਿੱਚ ਮਿਲੇ ਰਹਿੰਦੇ ਹਨ। ਇਸ ਜਗ ਮਹਿ ਵਿਰਲੇ ਜਾਣੀਆ ਹੈ। ਇਸ ਜਗਤ ਸੰਸਾਰ ਵਿੱਚ ਉਹ ਪੁਰਸ਼ ਵਿਰਲੇ ਟਾਵੇਂ ਟਾਵੇਂ ਹੀ ਜਾਣੇ ਜਾਂਦੇ ਨੇ। ਨਾਨਕ ਸੱਚ ਲਹਾਨਾ। ਸਤਿਗੁਰੂ ਜੀ ਕਥਨ ਕਰਦੇ ਕਿ ਜਿਹੜੇ ਗੁਰਾਂ ਦੁਆਰਾ ਸਤ ਸਰੂਪ ਨੂੰ ਲੱਭ ਲੈਂਦੇ ਹਨ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ। ਸੂਹੀ ਮਹਲਾ ਤੀਜਾ। ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਸੂਹੀ ਰਾਗ ਵਿੱਚ। ਹਰ ਜੀ ਸੂਖਮ ਆਗਮ ਹੈ। ਜਗਿਆਸੂ ਮੁਖ ਦੁਆਰਾ ਪ੍ਰਸ਼ਨ ਕਰਦੇ ਨੇ ਕਿ ਇਹ ਮਹਾਰਾਜ ਜੀ, ਹਰੀ ਪਰਮੇਸ਼ਰ ਜੀ ਸੂਖਮ ਪਰਮਾਣੂਆਂ ਤੋਂ ਵੀ ਸੂਖਮ ਹੈ, ਜਾਂ ਸੂਖਮ ਨਿਰਗੁਣ ਤੇ ਅਗਮ ਅਪਹੁੰਚ ਹੈ। ਸੂਖਮ ਇੱਕ ਬਹੁਤ ਬਰੀਕ, ਜਿਹਦਾ ਕੋਈ ਵਜੂਦ ਤਾਂ ਹੋਵੇ ਪਰ ਰੰਗ ਰੂਪ ਰੇਖਾ ਪ੍ਰਮਾਣ ਆਦਿਕ ਨਾ ਹੋਣ, ਆਤਮਿਕ ਵਸਤੂ ਨੂੰ ਕਿਹਾ ਗਿਆ ਹੈ। ਕਿਤ ਬਿਦ ਮਿਲਿਆ ਜਾਏ। ਉਸ ਨਾਲ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ। ਗੁਰ ਕੈ ਸ਼ਬਦ ਭ੍ਰਮ ਕਟਿਐ। ਇਹ ਭਾਈ ਜਦ ਗੁਰੂ ਸਾਹਿਬ ਦੇ ਉਪਦੇਸ਼ ਦੀ ਕਮਾਈ ਦੁਆਰਾ ਭਰਮ ਕੱਟ ਲਈਏ, ਅਚਿੰਤ ਵਸੈ ਮਨ ਆਈ। ਤਾਂ ਅਚਿੰਤ ਅਚਾਨਕ ਸਹਿ ਸੁਭਾਈ ਪਰਮੇਸ਼ਰ, ਚਿੰਤਨ ਖਿਆਲ ਤੋਂ ਰਹਿਤ ਪਰਮੇਸ਼ਰ ਮਨ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਗੁਰਮੁਖ ਹਰ ਹਰ ਨਾਮ ਜਪਨ। ਇਸ ਲਈ ਗੁਰਮੁਖ ਜਨ ਗੁਰਾਂ ਦੁਆਰਾ ਹਰੀ ਭਰੀ ਕਰਨ ਵਾਲੀ ਹਰੀ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਨੇ। ਹਉ ਤਿਨ ਕੈ ਬਲਿਹਾਰਣ। ਮੈਂ ਤਿੰਨਾਂ ਗੁਰਮੁਖਾਂ ਤੋਂ ਸਦਾ ਬਲਿਹਾਰ ਕੁਰਬਾਨ ਜਾਂਦਾ ਹਾਂ। ਮਨ ਹਰ ਗੁਣ ਸਦਾ ਰਵਾਨ। ਜੋ ਹਿਰਦੇ ਵਿੱਚ ਹਮੇਸ਼ਾ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਗੁਰ ਸਰਵਰ ਮਾਨ ਸਰੂਵਰ ਗੁਰੂ ਹੈ। ਸਾਹਿਬ ਜੀ ਸਰੋਵਰਾਂ ਦੇ ਵਿੱਚੋਂ ਸ੍ਰੇਸ਼ਟ ਮਾਨ ਸਰੋਵਰ ਦੀ ਤਰ੍ਹਾਂ ਹਨ। ਇਸੇ ਤਰ੍ਹਾਂ ਗੁਰ ਸਰਵਰ ਮਾਨ ਸਰੂਵਰ ਹੈ।
ਸੰਸਾਰ ਬ੍ਰਹਮ ਰੂਪ ਸਮੁੰਦਰ ਵਿੱਚ ਮਾਨ ਸਰੋਵਰ ਦੀ ਤਰ੍ਹਾਂ ਅੰਮ੍ਰਿਤ ਨਾਮ ਰੂਪੀ ਮੋਤੀ ਗਿਆਨ ਰੂਪੀ ਹੀਰੇ ਆਦਿ ਦੇਣ ਵਾਲੇ ਹਨ। ਵੱਡ ਭਾਗੀ ਪੁਰਖ ਲਹਾਨਾ, ਵੱਡੇ ਭਾਗਾਂ ਵਾਲੇ ਪੁਰਖੀ ਤਿਸ ਗੁਰੂ ਸਾਹਿਬ ਜੀ ਨੂੰ ਲਖਦੇ ਭਾਵ ਪ੍ਰਾਪਤ ਕਰਦੇ ਹਨ। ਸੇਵਕ ਗੁਰਮੁਖ ਖੋਜਿਆ, ਸੇਵਕਾਂ ਨੇ ਜਾਂ ਗੁਰਾਂ ਦੁਆਰਾ ਸੇਵਕਾਂ ਨੇ ਗੁਰੂ ਰੂਪੀ ਮਾਨ ਸਰੋਵਰ ਨੂੰ ਲੱਭਣਾ ਕੀਤਾ ਹੈ। ਸੇ ਹੰਸਲੇ ਨਾਮ ਲਹਾਨਾ, ਉਹ ਗੁਰਮੁਖ ਹੰਸਾਂ ਦੀ ਤਰ੍ਹਾਂ ਨਾਮ ਰੂਪ ਮੋਤੀਆਂ ਨੂੰ ਪ੍ਰਾਪਤ ਕਰਦੇ ਹਨ। ਨਾਮ ਧਿਆਇਨ ਰੰਗ ਸਿਓ, ਜਿਹੜੇ ਪ੍ਰੇਮ ਦੇ ਸਹਿਤ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਨੇ। ਗੁਰਮੁਖ ਨਾਮ ਲਗਾਨਾ, ਉਹ ਗੁਰਮੁਖ ਜਨ ਨਾਮ ਦੇ ਵਿੱਚ ਹੀ ਲੱਗੇ ਰਹਿੰਦੇ ਨੇ, ਭਾਵ ਇੱਕ ਚਿੱਤ ਹੋ ਕੇ ਜੁੜੇ ਰਹਿੰਦੇ ਨੇ। ਜਾਂ ਗੁਰਮੁਖ ਜਨ ਹੋਰਨਾਂ ਨੂੰ ਵੀ ਪਰਮੇਸ਼ਰ ਦੇ ਨਾਮ ਦੇ ਵਿੱਚ ਲਗਾਉਂਦੇ ਹਨ। ਧੁਰ ਪੂਰਬ ਹੋਵੈ ਲਿਖਿਆ, ਮੱਥੇ ਤੇ ਧੁਰੋਂ ਆਦਿ ਤੋਂ ਹੀ ਪੂਰਬਲਾ ਸ੍ਰੇਸ਼ਟ ਕਰਮ ਲਿਖਿਆ ਹੋਵੇ। ਗੁਰ ਭਾਣਾ ਮਨ ਲਾਈਨ, ਉਹ ਗੁਰੂ ਸਾਹਿਬ ਜੀ ਦਾ ਭਾਣਾ ਮਿੱਠਾ ਕਰਕੇ ਮੰਨ ਲੈਂਦੇ ਹਨ। ਵੱਡ ਭਾਗੀ ਘਰ ਖੋਜਿਆ, ਵੱਡੇ ਭਾਗਾਂ ਵਾਲਿਆਂ ਨੇ ਆਪਣਾ ਸਰੀਰ ਹਿਰਦਾ ਜਾਂ ਸਤ ਸੰਗਤ ਰੂਪੀ ਘਰ ਲੱਭਣਾ ਕੀਤਾ ਹੈ। ਪਾਇਆ ਨਾਮ ਨਿਧਾਨ, ਜਿੱਥੋਂ ਉਹਨਾਂ ਨੇ ਨਾਮ ਦਾ ਖਜ਼ਾਨਾ ਪਾਉਣਾ ਕੀਤਾ ਹੈ। ਗੁਰ ਪੂਰੈ ਵੇਖਾਲਿਆ, ਪੂਰੇ ਗੁਰਾਂ ਨੇ ਉਹਨਾਂ ਨੂੰ ਪਰਮੇਸ਼ਰ ਦਿਖਾਉਣਾ ਕੀਤਾ ਹੈ। ਪ੍ਰਭ ਆਤਮ ਰਾਮ ਪਛਾਨਾ, ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣਾ ਆਤਮਾ ਤੇ ਆਪਣੇ ਆਤਮਾ ਨੂੰ ਰਾਮ ਪਰਮੇਸ਼ਰ ਕਰਕੇ ਪਹਿਚਾਨਣਾ ਕੀਤਾ ਹੈ। ਸਭਨਾ ਕਾ ਪ੍ਰਭ ਏਕ ਹੈ, ਭਾਈ ਸਭਨਾਂ ਦਾ ਮਾਲਕ ਰਾਖਾ ਇੱਕ ਹਰੀ ਪਰਮੇਸ਼ਰ ਹੀ ਹੈ। ਦੂਜਾ ਅਵਰ ਨਾ ਕੋਈ, ਉਹਦੇ ਤੋਂ ਬਿਨਾ ਹੋਰ ਕੋਈ ਦੂਜਾ ਰੱਖਿਆ ਕਰਨ ਵਾਲਾ ਨਹੀਂ ਹੈ। ਗੁਰ ਪ੍ਰਸਾਦੀ ਮਨ ਵਸੈ, ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਜਿਹਦੇ ਮਨ ਹਿਰਦੇ ਵਿੱਚ ਵਾਹਿਗੁਰੂ ਨਾਮ ਵਸ ਜਾਂਦਾ ਹੈ। ਤਿਤ ਘਟ ਪ੍ਰਗਟ ਹੋਏ, ਉਹਦੇ ਹਿਰਦੇ ਵਿੱਚ ਹੀ ਐਸਾ ਸਮਰੱਥ ਜੋ ਪਰਮਾਤਮਾ ਉਹ ਪ੍ਰਗਟ ਹੋ ਜਾਂਦਾ, ਪ੍ਰਤੱਖ ਹੋ ਜਾਂਦਾ ਹੈ। ਸਭ ਅੰਤਰਜਾਮੀ ਬ੍ਰਹਮ ਹੈ, ਸਾਰੀ ਸ੍ਰਿਸ਼ਟੀ ਦੇ ਜੀਵਾਂ ਦੀ ਅੰਦਰ ਦੀ ਜਾਣਨ ਵਾਲਾ ਵਿਆਪਕ ਪਰਮੇਸ਼ਰ ਹੈ। ਬ੍ਰਹਮ ਵਸੈ ਸਭ ਥਾਈ, ਉਹ ਬ੍ਰਹਮ ਵਿਆਪਕ ਪਰਮੇਸ਼ਰ ਹੀ ਸਾਰੀਆਂ ਥਾਵਾਂ ਵਿੱਚ ਵਸ ਰਿਹਾ ਹੈ। ਮੰਦਾ ਕਿਸਨੋ ਆਖੀਐ, ਇਸ ਲਈ ਕਿਸ ਨੂੰ ਬੁਰਾ ਕਹਿਣਾ ਕਰੀਏ। ਸ਼ਬਦ ਵੇਖੋ ਲਿਵਲਾ, ਗੁਰੂ ਸਾਹਿਬ ਜੀ ਦੇ ਉਪਦੇਸ਼ ਵਿੱਚ ਚਿੱਤ ਦੀ ਬਿਰਤੀ ਲਾ ਕੇ ਦੇਖਣਾ ਕਰੋ। ਜਦ ਦੇਖੋਗੇ ਤਾਂ ਕੋਈ ਵੀ ਮੰਦਾ ਨਹੀਂ ਦਿਸੇਗਾ। ਮਹਾਰਾਜ ਨੇ ਆਖਿਆ ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ। ਆਪਾਂ ਇੱਕ ਦੂਜੇ ਨਾਲ ਤਾਂ ਹੀ ਝਗੜਦੇ ਆ, ਮੈਂ ਕਹਿੰਦਾ ਮੈਂ ਚੰਗਾ, ਤੁਸੀਂ ਮੰਨਦੇ ਨਹੀਂ, ਤੁਸੀਂ ਕਹਿੰਦੇ ਨਹੀਂ ਤੂੰ ਮਾੜਾ ਹੈ, ਅਸੀਂ ਚੰਗੇ ਆ। ਬਸ ਇਸ ਗੱਲ ਤੋਂ ਲੜਾਈ ਹੋ ਜਾਂਦੀ ਹੈ। ਅਸੀਂ ਇੱਕ ਦੂਜੇ ਨੂੰ ਚੰਗਾ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨਾ ਮੈਂ ਤੁਹਾਡੇ ਬਾਰੇ ਮੰਨਣਾ ਵੀ ਤੁਸੀਂ ਚੰਗੇ ਹੋ, ਮੈਂ ਕਹਿਣਾ ਤੁਸੀਂ ਬੁਰੇ ਹੋ, ਅਤੇ ਮੈਂ ਚੰਗਾ ਤੁਸੀਂ ਕਹਿਣਾ ਵੀ ਆਪਾਂ ਚੰਗੇ ਹਾਂ, ਤੁਸੀਂ ਬੁਰੇ ਹੋ। ਅਤੇ ਬਸ ਇਹਨਾਂ ਗੱਲਾਂ ਤੋਂ ਝਗੜਾ ਹੈ। ਮਹਾਰਾਜ ਕਹਿੰਦੇ ਤੁਸੀਂ ਕਿਸੇ ਨੂੰ ਬੁਰਾ ਕਿਉਂ ਆਂਦੇ ਹੋ ਭਾਈ? ਬੁਰਾ ਤਾਂ ਕਿਸੇ ਸ਼ਰਾਬੀ ਨੂੰ ਵੀ ਕਹਿਣਾ ਨਹੀਂ ਚਾਹੀਦਾ, ਉਹਨੂੰ ਕਹੋ ਵੀ ਤੈਨੂੰ ਨਮਸਕਾਰ ਹੈ। ਕਿਉਂ ਆਪਾਂ ਕਿਸੇ ਨੂੰ ਬੁਰਾ ਆਖਣਾ? ਅਗਲਾ ਆਪਣੇ ਘਰ ਆ ਜੀ ਰਹੇ, ਕਿਸੇ ਨੂੰ ਆਖੋ ਉਹ ਕਹਿੰਦਾ ਮੈਂ ਤੇਰੀ ਜੇਬ ਤੋਂ ਪੀਂਦਾ, ਮੈਂ ਆਪਦੇ ਪੈਸਿਆਂ ਦੀ ਪੀਣਾ, ਤੈਨੂੰ ਕੀ ਲੱਗੇ? ਸੱਚਮੁੱਚ ਗੱਲ ਵੀ ਸਹੀ ਹੈ। ਇਹ ਸਾਨੂੰ ਦੁੱਖ ਵੀ ਕਾਹਦਾ? ਅਗਲਾ ਜੋ ਮਰਜ਼ੀ ਕਰੇ ਨਾ ਕਰੇ,
ਅਸੀਂ ਤਾਂ ਆਪ ਦਾ ਭਲਾ ਕਰਨਾ ਹੈ, ਤੋ ਕਿਸੇ ਨੂੰ ਬੁਰਾ ਕਿਉਂ ਕਹਿਣਾ ਹੈ? ਬੁਰਾ ਕਹਿਣ ਤੋਂ ਝਗੜਾ ਪੈਦਾ ਹੁੰਦਾ, ਇਸ ਲਈ ਬੁਰਾ ਨਾ ਆਖੋ। ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਵੀ ਸੁਭਾਅ ਐਸਾ ਸੀਗਾ, ਉਹ ਉਪਦੇਸ਼ ਤਾਂ ਦਿੰਦੇ ਸਨ ਪਰ ਉਹ ਝਗੜਦੇ ਨਹੀਂ ਸਨ। ਜਦ ਸਿੱਧ ਗੁਰੂ ਸਾਹਿਬ ਨੂੰ ਝਮੀਆਂ ਲੈ ਲੈ ਪੈਂਦੇ, ਗੁੱਸੇ ਵਿੱਚ ਮਹਾਰਾਜ ਨੂੰ ਬਾਲਾ ਬਾਲਾ ਕਹਿੰਦੇ, ਤੇ ਮਰਦਾਨਾ ਕਹਿੰਦਾ ਮਹਾਰਾਜ ਇਹਨਾਂ ਦੇ ਕਸੋਨਾ ਜੜਾਂ, ਇਹ ਬੋਲਦੇ ਕਿਵੇਂ ਨੇ, ਇਹਨਾਂ ਦੀ ਵੱਖੀ 'ਚ ਛੱਡਾਂ ਮੈਂ ਇੱਕ ਕਸੋਨਾ? ਮਹਾਰਾਜ ਕਹਿੰਦੇ ਨਹੀਂ ਬਈ, ਮੁਸਕਰਾ ਕੇ ਕਹਿੰਦੇ ਮਰਦਾਨਿਆ ਇਹ ਹੱਥਾਂ ਦੀ ਲੜਾਈ ਨਹੀਂ ਹੈ, ਇਹ ਵਿਚਾਰਾਂ ਦੀ ਲੜਾਈ ਹੈ। ਉਹ ਜਣੇ ਜੇ ਸਾਨੂੰ ਕਿਸੇ ਨੇ ਕੁਝ ਕਹਿ ਦਿੱਤਾ ਤੇ ਉਹਨਾਂ ਦੇ ਕਹਿਣ ਨਾਲ ਆਪਾਂ ਬਾਲੇ ਥੋੜ੍ਹਾ ਬਣ ਜਾਵਾਂਗੇ। ਗੱਲ ਵੀ ਸਹੀ ਹੈ, ਉਹ ਬਜ਼ੁਰਗ ਨੇ, ਸਾਡੀ ਉਮਰ ਛੋਟੀ ਹੈ ਤੇ ਕੋਈ ਨਹੀਂ, ਜਿਸ ਤਰ੍ਹਾਂ ਬੋਲਦੇ ਬੋਲਣਾ, ਆਪਾਂ ਇਹਨਾਂ ਦਾ ਭਲਾ ਕਰਨਾ ਹੈ। ਜੇ ਮਹਾਰਾਜ ਝਗੜਾ ਉਤਪੰਨ ਕਰਕੇ ਬੈਠ ਜਾਂਦੇ ਫਿਰ ਭਲਾ ਕਿਵੇਂ ਹੁੰਦਾ? ਸਤਿਗੁਰੂ ਜੀ ਨੇ ਈਰਖਾ ਨਹੀਂ ਕੀਤੀ ਕਿਸੇ ਨਾਲ, ਕਿਸੇ ਨੂੰ ਗਾਲੀ ਗਲੋਚ ਨਹੀਂ ਕੀਤਾ, ਕਿਸੇ ਨੂੰ ਫਾਈਟ ਨਹੀਂ ਕੀਤਾ, ਕੋਈ ਮਾਰ ਕੁਟਾਈ ਨਹੀਂ ਕੀਤੀ, ਸਿਰਫ ਵਿਚਾਰ ਪੇਸ਼ ਕੀਤੇ ਨੇ। ਵਿਚਾਰਾਂ ਦੀ ਲੜਾਈ ਲੜੀ ਹੈ ਤੇ ਵੇਖੋ ਬਾਬਰ ਨੂੰ ਜਿੱਤ ਲਿਆ। ਜੇ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਮੇਰੇ ਵਰਗਾ, ਤੇ ਜਿਹਨੇ ਏਮਨਾਬਾਦ ਨੂੰ ਹਰਾ ਦਿੱਤਾ, ਹਥਿਆਰਾਂ ਨਾਲ ਥੋੜ੍ਹਾ ਜਿੱਤਿਆ ਜਾ ਸਕਦਾ ਸੀ ਉਹ। ਸਤਿਗੁਰੂ ਦੇ ਵਿਚਾਰ ਹੀ ਇੰਨੇ ਉੱਚੇ ਸੁੱਚੇ ਸਨ ਕਿ ਬਾਬਰ ਮਹਾਰਾਜ ਦੇ ਚਰਨਾਂ ਦੇ ਢਹਿ ਪਿਆ ਔਰ ਉਹਨੇ ਮਾਫੀ ਮੰਗੀ ਕਿ ਮੈਂ ਗਲਤ ਹਾਂ, ਤੁਸੀਂ ਸਹੀ ਹੋ। ਆਪਦੇ ਮਾਂ ਪਿਓ, ਸੱਸ ਸਹੁਰੇ ਅੰਤਮ ਸਮੇਂ ਜਦ ਉਹਨਾਂ ਨੂੰ ਸੋਝੀ ਦਿੱਤੀ, ਉਹਨਾਂ ਵੀ ਇਹ ਗੱਲ ਮੰਨੀ ਕਿ ਤੁਸੀਂ ਸਹੀ ਹੋ ਮਹਾਰਾਜ, ਅਸੀਂ ਗਲਤ ਹਾਂ। ਪਰ ਗੁਰੂ ਸਾਹਿਬ ਨੇ ਕੋਈ ਝਗੜਾ ਨਹੀਂ ਪਾਇਆ। ਇਸ ਲਈ ਕਦੀ ਵੀ ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ, ਮੰਦਾ ਕਹਿ ਕੇ ਝਗੜਾ ਨਾ ਪਾਓ। ਮੰਦਾ ਕਿਸ ਨੂੰ ਆਖੀਏ? ਸਵਾਲ ਇਹ ਪੈਦਾ ਹੁੰਦਾ ਹੈ ਕਿ ਮੰਦਾ ਕਿਹਨੂੰ ਆਖੀਏ? ਮੰਦਾ ਤਾਂ ਉਹਨੂੰ ਆਖੀਏ ਜਿਹੜਾ ਕੋਈ ਬਗਾਨਾ ਹੋਵੇ। ਜਦ ਪਰਮੇਸ਼ਰ ਤੋਂ ਬਗੈਰ ਕੋਈ ਹੈ ਹੀ ਨਹੀਂ, ਜਦ ਬਾਣੀ ਵਿੱਚ ਲਿਖਿਆ ਹੋਇਆ ਹੈ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੇ। ਮੰਦਾ ਕਿਸ ਨੂੰ ਆਖੀ ਹੈ ਜਾਂ ਤਿਸ ਬਿਨ ਕੋਈ ਨਾ ਹੈ। ਫਰੀਦ ਸਾਹਿਬ ਜੀ ਕਹਿੰਦੇ ਮੰਦਾ ਤਾਂ ਉਹਨਾਂ ਨੂੰ ਆਖੀਏ ਜੇ ਕੋਈ ਬਗਾਨਾ ਹੋਵੇ, ਜਦ ਵਾਹਿਗੁਰੂ ਤੋਂ ਬਗੈਰ ਕੋਈ ਹੈ ਹੀ ਨਹੀਂ ਤਾਂ ਫਿਰ ਮੰਦਾ ਕਿਹਨੂੰ ਆਖਣਾ ਹੈ? ਕੀ ਸਮਝਦੇ ਨਹੀਂ ਤੁਸੀਂ? ਕਾਹੀ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਰਹਾਉ ਪੋਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੀ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘਾਟੀ ਖੋਜੋ ਪਾਈ। ਮੰਦਾ ਕਿਹਨੂੰ ਆਖਣਾ? ਇਸ ਲਈ ਹਮੇਸ਼ਾ ਮਿੱਠਾ ਬੋਲੀਏ, ਪਿਆਰ ਨਾਲ ਬੋਲੀਏ। ਇੱਕ ਫਿੱਕਾ ਨਾ ਗਾਲਾ, ਇੱਕ ਵੀ ਫਿੱਕਾ ਬਚਨ ਨਾ ਬੋਲੀਏ। ਸਭਨਾ ਮੈਂ ਸੱਚਾ ਧਨੀ, ਸਭਨਾਂ ਦੇ ਵਿੱਚ ਉਹ ਸੱਚਾ ਮਾਲਕ ਵਾਹਿਗੁਰੂ ਅਕਾਲ ਪੁਰਖ ਵਸ ਰਿਹਾ ਹੈ। ਕੋਈ ਮਾੜਾ ਬੰਦਾ ਹੈ ਤਾਂ ਉਹਦੇ ਨਾਲ ਈਰਖਾ ਕਰਨ ਦੀ ਬਜਾਏ ਤੇ ਉਹਦੇ ਔਗਣਾਂ ਬਾਰੇ ਸੋਚੀਏ ਵੀ ਇਹਦੇ ਕਰਮ ਐਸੇ ਨੇ ਤਾਂ ਇਹਨੇ ਔਗਣ ਕੀਤਾ, ਪਰ ਬੰਦਾ ਤਾਂ ਨਹੀਂ ਮਾੜਾ ਜੋ ਸੁਧਰ ਜਾਏ। ਹਿਆਉ ਨਾ ਕਹਿ ਹੀ ਠਾਏ, ਮਾਨਕ ਸਭ ਅਮੋਲ ਵੇ। ਅਮੋਲਕ ਮਾਨਕ ਦੀ ਤਰ੍ਹਾਂ ਪਰਮੇਸ਼ਰ ਸਭਨਾਂ ਦੇ ਹਿਰਦਿਆਂ ਦੇ ਵਿੱਚ ਵਸ ਰਿਹਾ। ਸਭਨਾ ਮਨ ਮਾਨਕ ਠਾਹਨ ਮੂਲ ਮਚਾਂਗਵਾ। ਸਾਰੇ ਜੀਵਾਂ ਦੇ ਮਨ ਮੋਤੀ ਨੇ, ਕਿਸੇ ਨੂੰ ਵੀ ਦੁਖਾਉਣਾ ਉੱਕਾ ਨਹੀਂ ਚੰਗਾ। ਜੇ ਤੋ ਪ੍ਰਿਆ ਦੀ ਸਿੱਖ, ਹੇ ਗੁਰਮੁਖਾ। ਫਰੀਦ ਸਾਹਿਬ ਕਹਿੰਦੇ ਨੇ
ਜੇ ਤੈਨੂੰ ਪਰਮਾਤਮਾ ਨਾਲ ਮਿਲਣ ਦੀ ਤੜਪ ਤੇ ਤਾਂਘ ਹੈ ਤਾਂ ਹਿਆਉ ਨਾ ਠਾਹੇ ਕਹੀਦਾ। ਕਿਸੇ ਦਾ ਵੀ ਦਿਲ ਤੂੰ ਨਾ ਦਿਖਾ, ਮਿੱਠਾ ਬੋਲਣ ਦੀ ਕੋਈ ਮੁੱਲ ਨਹੀਂ ਲੱਗਦਾ। ਇਉਂ ਜਾਤੀ ਤੌਰ ਤੇ ਈਰਖਾ ਨਹੀਂ ਕਰਨੀ। ਗੁਰਬਾਣੀ ਦੁਆਰਾ ਉਪਦੇਸ਼ ਕਥਾ ਕੀਰਤਨ ਦਾ ਜਿਹੜਾ ਹੈ ਉਹ ਆਪਾਂ ਬਹਿ ਕੇ ਵਿਚਾਰਨਾ ਇੱਕ ਦੂਜੇ ਨਾਲ, ਤੇ ਪਰ ਈਰਖਾ ਨਹੀਂ ਪਾਉਣੀ ਵੀ ਫਲਾਣਾ ਬੰਦਾ ਕੋਨਾ ਹੈ, ਫਲਾਣਾ ਸ਼ਰਾਬੀ ਹੈ, ਫਲਾਣਾ ਕਬਾਬੀ ਹੈ। ਸਾਨੂੰ ਕੀ, ਬਾਣੀ ਦਾ ਉਪਦੇਸ਼ ਵਿਚਾਰਨਾ ਹੈ ਬੈਠ ਕਰਕੇ, ਤੇ ਸਭਨਾਂ ਨੂੰ ਰੱਬ ਦੇ ਬੰਦੇ ਮੰਨ ਕੇ। ਕਲਗੀਧਰ ਮਹਾਰਾਜ ਨੇ ਲਿਖਿਆ, ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ। ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਤੁਰਕ ਮੁਸਲਮਾਨ ਹੈ, ਕੋਈ ਵੀ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਤੇ ਘੱਟੋ ਘੱਟ ਸਿੱਖਾਂ 'ਚ ਤਾਂ ਪਰਮਾਤਮਾ ਵੇਖੀਏ। ਤੇ ਇਸ ਲਈ ਪਰਮਾਤਮਾ ਮਹਾਰਾਜ ਦੀ ਪ੍ਰਾਪਤੀ ਲਈ ਇਹ ਗੁਣ ਹੋਣੇ ਜ਼ਰੂਰੀ ਨੇ। ਪਾਤਸ਼ਾਹ ਫਰਮਾਉਂਦੇ ਨੇ, ਮੰਦਾ ਕਿਸਨੋ ਆਖੀਐ। ਤੁਸੀਂ ਕਿਸੇ ਨੂੰ ਬੁਰਾ ਕਿਉਂ ਕਹਿੰਦੇ ਹੋ ਗੁਰਮੁਖੋ? ਸ਼ਬਦ ਵੇਖਾਹੂ ਲਿਵ ਲਾਇ। ਜੇ ਮਹਾਰਾਜ ਦਾ ਉਪਦੇਸ਼ ਤੁਸੀਂ ਦੇਖਦੇ ਹੋ, ਸੁਣਦੇ ਹੋ, ਤਾਂ ਉਪਦੇਸ਼ ਵਿੱਚ ਚਿੱਤ ਦੀ ਬਿਰਤੀ ਲਾ ਕੇ ਵੇਖੋ। ਜਦੋਂ ਵੇਖੋਗੇ ਤੁਹਾਨੂੰ ਕੋਈ ਵੀ ਮੰਦਾ ਬੁਰਾ ਨਹੀਂ ਦਿਖੇਗਾ, ਸਾਰੇ ਹੀ ਚੰਗੇ ਦਿਖਣਗੇ। ਬੁਰਾ ਭਲਾ ਤਿਚਰ ਆਖਦਾ। ਜੀਵ ਹੈ ਚੰਗਾ ਤੇ ਮੰਦਾ ਉਦੋਂ ਤੱਕ ਕਹਿੰਦਾ ਹੈ ਜਿਚਰ ਹੈ ਦੋ ਮਾਹੇ। ਜਦ ਤੱਕ ਦਵੈਤ ਭਾਵ ਦੇ ਵਿੱਚ ਦੋ ਭਾਵ ਜੰਮਣ ਬਣ ਜਾਂ ਪਾਪਨ ਦੇ ਨਿਰਣੇ ਵਿੱਚ ਫਸਿਆ ਹੋਇਆ ਹੈ। ਗੁਰਮੁਖ ਏਕੋ ਬੁਝਿਆ। ਗੁਰਮੁਖ ਜਨਾਂ ਨੇ ਜਾਂ ਜਿਨ੍ਹਾਂ ਨੇ ਮੁਖੀ ਗੁਰਾਂ ਦੁਆਰਾ ਇੱਕ ਵਾਹਿਗੁਰੂ ਦੇ ਸਰੂਪ ਨੂੰ ਸਮਝ ਬੁੱਝ ਲਿਆ, ਏਕ ਸਮਾਹੇ ਸਮਾਈ। ਉਹ ਇੱਕ ਦੇ ਸਰੂਪ ਦੇ ਵਿੱਚ ਹੀ ਸਮਾ ਜਾਂਦੇ ਨੇ। ਸੇਵਾਸਾ ਪ੍ਰਭ ਭਾਵਸੀ। ਇਹ ਭਾਈ ਉਹੀ ਟਹਿਲ ਸਫਲੀ ਹੈ ਜੋ ਪਰਮੇਸ਼ਰ ਨੂੰ ਭਾਉਂਦੀ ਹੈ। ਜੋ ਪ੍ਰਭ ਪਾਏ ਥਾਇ। ਪਰ ਜਿਹੜੀ ਪਰਮੇਸ਼ਰ ਥਾਂ ਭਾਵ ਲੇਖੇ ਵਿੱਚ ਪਾ ਲੈਂਦਾ ਹੈ। ਜਨ ਨਾਨਕ ਹਰਿਆ ਰਾਧਿਆ। ਸਤਿਗੁਰੂ ਜੀ ਕਥਨ ਕਰਦੇ ਕਿ ਇਹ ਭਾਈ ਅਸੀਂ ਦਾਸ ਤਾਂ ਗੁਰੂ ਸਾਹਿਬ ਜੀ ਦੀ ਚਰਨੀ ਆਪਣਾ ਹਿਰਦਾ ਲਾ ਭਾਵ ਜੋੜ ਕੇ ਪਰਮੇਸ਼ਰ ਨੂੰ ਧਿਆਉਣਾ ਕਰਦੇ ਹਾਂ। ਗੁਰ ਚਰਣੀ ਚਿਤ ਲਾਇ। ਤੁਸੀਂ ਵੀ ਗੁਰਾਂ ਦੇ ਚਰਨਾਂ ਵਿੱਚ ਚਿੱਤ ਲਾ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਓ ਤਾਂ ਤੁਹਾਡਾ ਵੀ ਭਲਾ ਹੋਵੇਗਾ। ਇਹ ਮਹਾਰਾਜ ਨੇ ਸਾਨੂੰ ਸ਼ੁਭ ਪਾਵਨ ਬ੍ਰਹਮ ਗਿਆਨ ਦਾ ਉਪਦੇਸ਼ ਬਖਸ਼ਿਆ ਹੈ। ਜਦ ਆਪ ਦੇ ਹਿਰਦੇ 'ਚ ਆਪਾਂ ਵਸਾ ਲਵਾਂਗੇ ਤਾਂ ਸਾਡਾ ਮਨ ਸੁਖੀ ਹੋ ਜਾਏਗਾ ਤੇ ਪ੍ਰਭੂ ਦੀ ਪ੍ਰਾਪਤੀ ਵਾਲੇ ਹੋਵਾਂਗੇ। ਝਗੜੇ ਖਤਮ ਹੋ ਜਾਣਗੇ। ਇੱਕ ਦੂਜੇ ਨੂੰ ਬੁਰਾ ਭਲਾ ਕਹਿਣ ਦੇ ਨਾਲ ਝਗੜੇ ਪੈਦਾ ਉਤਪੰਨ ਹੁੰਦੇ, ਮਨ ਅਸ਼ਾਂਤ ਹੁੰਦਾ ਹੈ। ਤੇ ਇਸ ਲਈ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਨੇ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪਕ ਸੰਮਲ ਫੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਜਿਹੜਾ ਉਪਦੇਸ਼ ਮਹਾਰਾਜ ਦਾ ਹੈ ਇਹ ਕੰਨਾਂ ਦੇ ਨਾਲ ਸੁਣ ਕੇ ਧਾਰਨ ਕਰਨਾ ਹੈ। ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣ ਮੰਨੇ। ਜਿਹਨੇ ਮਹਾਰਾਜ ਦੇ ਉਪਦੇਸ਼ ਨੂੰ ਕਮਾ ਲਿਆ, ਗੁਰੂ ਦੇ ਭਾਣੇ ਵਿੱਚ ਰਹਿ ਕੇ ਕਮਾਈ ਕੀਤੀ ਹੈ, ਉਹਨੂੰ ਦੂਣਾ ਚੌਗਣਾ ਪ੍ਰੇਮ ਦਾ ਰੰਗ ਚੜ੍ਹਦਾ ਹੈ। ਇੱਥੇ ਸਮਾਪਤੀ ਹੈ ਜੀ। ਭੁੱਲ ਚੁੱਕ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਸੇਵਾ ਸਾ ਪ੍ਰਭ ਭਾਵਸੀ। ਜੋ ਪ੍ਰਭ ਪਾਏ ਥਾਏ। ਜਨ ਨਾਨਕ ਹਰਿਆ ਰਾਧਿਆ। ਗੁਰ ਚਰਣੀ ਚਿਤ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।